बिल्कुल ये बहुत ਜ਼ਰੂਰੀ है। गुरु अर्जन देव जी के केस में ਅਸੀਂ ਵੇਖਦੇ ਹਾਂ ਕਿ ਕਈ ਜਿਵੇਂ ਮਿਸਾਲ ਦੇ ਤੌਰ ਤੇ ਬਹੁਤ ਨਿਕੰਮੇ ਜਿਹੇ ਲੈਵਲ ਤੇ ਜਾ ਕੇ ਇਸ ਕਿਸਮ ਦੀ ਗੱਲ ਬੜੀ ਵਡਿਆਈ ਜਾਂਦੀ ਹੈ ਜਾਂ ਵਧਾ ਚੜ੍ਹਾ ਕੇ ਪੇਸ਼ ਕੀਤੀ ਜਾਂਦੀ ਕਿ ਚੰਦੂ ਸ਼ਾਹ ਦੇ ਕਹਿਣ ਤੇ ਸਾਰਾ ਕੁਝ ਹੋਇਆ। ਚੰਦੂ ਸ਼ਾਹ ਨੇ ਗੁਰੂ ਸਾਹਿਬ ਦੇ ਜਾਂ ਗੁਰੂ ਸਾਹਿਬ ਨੇ ਉਹਦੇ ਟੱਬਰ ਨਾਲ ਰਿਸ਼ਤਾ ਜੋੜਨ ਤੋਂ ਇਨਕਾਰ ਕੀਤਾ। ਇਹ ਇਸ ਗੱਲ ਕਰਕੇ ਇੱਕ ਬਦਲੇ ਦੀ ਭਾਵਨਾ ਵਿੱਚੋਂ ਸਾਰਾ ਕੁਝ ਕਰਵਾਇਆ। ਜਿਹੜਾ ਵੱਡਾ ਇੱਕ ਵਰਤਾਰਾ ਉਸ ਤੋਂ ਇਗਨੋਰ ਕੀਤਾ ਜਾ ਰਿਹਾ ਜੀ। ਖੁਸਰੋ ਨੂੰ ਆਸਰਾ ਦੇਣਾ, स्टेट की अखां 'ਚ अखां पा के देखना। फिर चंदू शाह ने जोड़े लफ्ज़ इस्तेमाल किए हैं सिक्खी वास्ते जी, वो किवें कारण बने। चंदू शाह का अपना एक राज प्रबंध हट ठोका होना सारा एक बड़ा एक उस समय के संदर्भ में भी तो सिद्धी भी जोड़ा एक चेतना के पक्षों विचारन वाली गल। पर जी वड्डी गल है कि इन्हां सारियां गल्लां नूं जदों एक आधार ते असीं देखीए तां किड्डा वड्डा चैलेंज सी ਜਿਹੜਾ ਗੁਰੂ ਸਾਹਿਬ ਨੇ ਉਸ ਵੇਲੇ ਉਸ ਨੂੰ ਜਵਾਬ ਦਿੱਤਾ, ਜਿਸ ਮਜਾਲ ਨਾਲ ਜਵਾਬ ਦਿੱਤਾ। ਮੈਂ ਕਹਿੰਦਾ ਵੀ ਇਸ ਵੇਲੇ ਉਹਨੂੰ ਸਹੀ ਅਰਥਾਂ 'ਚ ਸਮਝਣਾ ਬੜਾ ਜ਼ਰੂਰੀ ਹੈ। ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪਾਦਨਾ ਹੋਈ ਹੈ ਜੀ, ਇਸ ਤਰ੍ਹਾਂ ਇਹਨਾਂ ਵੱਖਰੇ ਵੱਖਰੇ ਭਗਤਾਂ ਦੀਆਂ ਬਾਣੀਆਂ ਨੂੰ ਇਕੱਠਾ ਕੀਤਾ ਗਿਆ ਜੀ। ਉਸ ਵਿੱਚ ਜਿਹੜਾ ਇਨਕਲਾਬੀ ਸੰਦੇਸ਼ ਹੈ ਜੀ ਜੀ, ਜਿਹੜਾ ਸਮਾਜ ਨੂੰ ਸਿੱਧੇ ਤੌਰ ਤੇ ਵੰਗਾਰ ਹੈ ਜੀ, ਠੀਕ ਹੈ, ਰਾਜ ਕਰ ਰਹੀ ਜਮਾਤ ਨੂੰ ਸਿੱਧੇ ਤੌਰ ਤੇ ਵੰਗਾਰ ਹੈ ਜੀ, ਉਹਨੂੰ ਇਕੱਠਾ ਕਰਕੇ ਇੱਕ ਥਾਂ ਤੇ ਆਦਗ੍ਰੰਥ ਦੇ ਰੂਪ 'ਚ ਸੰਪਾਦਿਤ ਕਰਨਾ, ਇਹ ਆਪਣੇ ਆਪ ਵਿੱਚ ਬਹੁਤ ਵੱਡਾ ਇੱਕ ਇਨਕਲਾਬੀ ਕਦਮ ਹੈ। ਨਾਲੇ ਗੁਰੂਆਂ ਦਾ ਇੱਕ ਮਿਸ਼ਨ ਹੋਰ ਵੀ ਸੀਗਾ। ਤੁਸੀਂ ਦੇਖੋ ਉਸ ਦੌਰ ਦੇ ਵਿੱਚ ਸ਼ੂਦਰਾਂ ਨੂੰ ਕਿਹਾ ਜਾਂਦਾ ਸੀ ਕਿ ਵੇਦ ਪੜ੍ਹਨ ਦੀ ਆਗਿਆ ਨਹੀਂ। ਹਾਂਜੀ, ਤੇ ਜੇ ਕੋਈ ਸੁਣੂਗਾ ਤੇ ਉਹਦੇ ਅੱਖਾਂ ਉਹਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਉਸ ਦੌਰ ਦੇ ਵਿੱਚ ਇੱਕ ਇਹ ਨਵਾਂ ਇੱਕ ਰਾਹ ਚਲਾਉਣਾ ਜਿਸ ਵਿੱਚ ਉਹਨਾਂ ਨੂੰ ਪੜ੍ਹਨ ਦੀ ਵੀ ਰੁਚੀ ਪੈਦਾ ਕਰਨੀ, ਉਹਨਾਂ ਨੂੰ ਇਸ ਗੱਲ ਦੀ ਆਗਿਆ ਦੇਣੀ ਕਿ ਤੁਸੀਂ ਗੁਰਦੁਆਰੇ 'ਚ ਵੀ ਆ ਸਕਦੇ ਹੋ, ਤੁਸੀਂ ਬਾਣੀ ਪੜ੍ਹ ਵੀ ਸਕਦੇ ਹੋ, ਸੁਣ ਵੀ ਸਕਦੇ ਹੋ। ਹਾਂਜੀ, ਔਰ ਤੁਹਾਡੇ ਵਿੱਚੋਂ ਜਿਹੜੇ ਉੱਠੇ ਨੇ ਜਿਨ੍ਹਾਂ ਨੇ ਬਾਣੀਆਂ ਲਿਖੀਆਂ ਨੇ ਉਹਨਾਂ ਬਾਣੀਆਂ ਨੂੰ ਅਸੀਂ ਆਪਣੇ ਇਸ ਆਦਗ੍ਰੰਥ 'ਚ ਸ਼ਾਮਿਲ ਕਰ ਰਹੇ ਹਾਂ ਜੀ। ਇਹ ਆਪਣੇ ਆਪ 'ਚ ਇਨਕਲਾਬੀ ਮਿਸ਼ਨ ਆਪ ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਤੇ ਹਾਰਦਿਕ ਸਵਾਗਤ ਹੈ। ਕਿਹਾ ਜਾਂਦਾ ਹੈ ਕਿ ਇਤਿਹਾਸ ਬੜਾ ਸਿਰਜਣਾਤਮਕ ਸੋਚ ਸਾਨੂੰ ਦਿੰਦਾ ਜੇਕਰ ਅਸੀਂ ਉਸ ਨੂੰ ਚੇਤੇ ਰੱਖਦੇ ਹਾਂ, ਖਾਸ ਤੌਰ ਤੇ ਵਿਰਾਸਤ ਦੇ ਰੂਪ 'ਚ। ਭੁੱਲਣ ਵਿਰਸਾ ਆਪਣਾ ਉਹ ਕੌਮਾਂ ਪਛਤਾਉਣ, ਭੁੱਲਣ ਵਿਰਸਾ ਆਪਣਾ ਉਹ ਕੌਮਾਂ ਪਛਤਾਉਣ, ਸਾਂਭਣ ਜੋ ਇਤਿਹਾਸ ਨੂੰ ਅਣਖ ਦੇ ਨਾਲ ਜਿਉਣ। ਸੋ ਇਹ ਦੋਹੇ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਇੱਕ ਇਤਿਹਾਸਕ ਪ੍ਰਸੰਗ ਨੂੰ ਜਿਹੜਾ ਕਿ ਸਾਡੇ ਅੱਜ ਵੀ ਓਨੀ ਹੀ ਪ੍ਰਸੰਗਤਾ ਰੱਖਦਾ ਜਿੰਨਾ ਕਿ ਕਈ ਸਦੀਆਂ ਪਹਿਲਾਂ ਸੀ ਅਤੇ ਹਮੇਸ਼ਾ ਹੀ ਪ੍ਰਸੰਗਤਾ ਰੱਖੇਗਾ। ਅਤੇ ਉਸ ਤੋਂ ਪੈਦਾ ਹੋਈਆਂ ਲਹਿਰਾਂ ਜਿਹੜੀਆਂ ਹਨ ਉਹ ਕਿੰਨੀਆਂ ਮਹੱਤਵਪੂਰਨ ਸਨ। ਸਾਡੀ ਮੁਰਾਦ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ। ਉਹਨਾਂ ਦੀ ਸ਼ਹੀਦੀ ਹੋਈ, ਉਹਨਾਂ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਥਾਂ ਥਾਂ 'ਤੇ ਵਿਚਾਰ ਗੋਸ਼ਟੀਆਂ ਵੈਬਨਾਰ ਜਾਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰੋਗਰਾਮ ਜਿਹੜੇ ਆ ਸੀਮਤ ਢੰਗ ਦੇ ਨਾਲ ਹੋ ਰਹੇ ਨੇ ਕਿਉਂਕਿ ਕੋਵਿਡ-19 ਦਾ ਪ੍ਰਭਾਵ ਵੀ ਹੈ। ਪਰ ਇਹ ਚਰਚਾ ਜਿਹੜੀ ਹੈ ਇੱਕ ਐਸੀ ਹੈ ਜਿਸ ਦੇ ਵਿੱਚੋਂ ਜੋ ਲਹਿਰਾਂ ਬਾਅਦ 'ਚ ਜਨਮੀਆਂ ਉਹ ਕਿਹੋ ਜਿਹੀਆਂ ਸਨ ਜਿਨ੍ਹਾਂ ਦੇ ਵਿੱਚ ਅੱਜ ਹੀ ਜਦੋਂ ਅਸੀਂ ਵਿਸ਼ਵ ਦੀ ਇੱਕ ਪਹਿਲੀ ਪਾਰਲੀਮੈਂਟ ਜਿਸ ਦੇ ਵਿੱਚ ਕਿਰਤੀ ਵਰਗ ਜਿਹੜਾ ਕਿ ਬੁਰਜੂਆ ਢਾਂਚੇ ਨੂੰ ਚੁਣੌਤੀ ਦਿੰਦਾ, ਉਹ ਪਛੜਿਆ ਦਬਿਆ ਕੁਚਲਿਆ ਵਰਗ, ਉਸ ਨੂੰ ਪ੍ਰਤੀਨਿਧਤਾ ਦਿੱਤੀ ਆਪਣੇ ਬਰਾਬਰ, ਉਹ ਪਾਰਲੀਮੈਂਟ ਸਥਾਪਿਤ ਕੀਤੀ ਸੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਉਹਦੀ ਵੀ ਵਰ੍ਹੇਗੰਢ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਮੰਚ 'ਤੇ ਲੈ ਕੇ ਤੁਹਾਡੇ ਨਾਲ ਵਿਚਾਰ ਚਰਚਾ ਕਰ ਰਹੇ ਹਾਂ ਅਤੇ ਇਸ ਵਿਚਾਰ ਚਰਚਾ ਸਾਡਾ ਸਾਥ ਦੇ ਰਹੇ ਨੇ ਗੁਰਪ੍ਰੀਤ ਸਿੰਘ ਜੀ। ਜੀ ਆਇਆਂ ਨੂੰ, ਸਵਾਗਤ ਹੈ ਗੁਰਪ੍ਰੀਤ ਸਿੰਘ ਜੀ। ਸ਼ੁਕਰੀਆ ਗੁਰਵਿੰਦਰ ਸਿੰਘ ਜੀ, ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਇਤਿਹਾਸ ਬੜਾ ਮਹੱਤਵਪੂਰਨ ਹੁੰਦਾ ਜੀ, ਖਾਸ ਤੌਰ 'ਤੇ ਜਿਹੜਾ ਵਿਰਸਾ ਜਿਸ 'ਤੇ ਅਸੀਂ ਫਖਰ ਮਹਿਸੂਸ ਕਰਦੇ ਹਾਂ ਅਤੇ ਉਹ ਵਿਰਸਾ ਜੇ ਕੌਮਾਂ ਕੋਲ ਸ਼ਹਾਦਤ ਦਾ, ਕੁਰਬਾਨੀਆਂ ਦਾ, ਜਿਨ੍ਹਾਂ ਦੇ ਵਿੱਚ ਜ਼ੁਲਮ ਨਾਲ ਲੜਨ ਦੇ ਸੰਘਰਸ਼ ਦਾ ਹੋਵੇ ਤਾਂ ਕਿਆ ਬਾਤ ਹੈ। ਬਿਲਕੁਲ, ਮੈਂ ਬਹੁਤ ਖੁਸ਼ ਹਾਂ ਇਸ ਗੱਲ ਨੂੰ ਤੁਸੀਂ ਹਮੇਸ਼ਾ ਇਸ ਤਰ੍ਹਾਂ ਦੀ ਗੱਲਬਾਤ ਨੂੰ ਆਪਣੇ ਮੰਚ 'ਤੇ ਲਿਆ ਕੇ ਡਿਸਕਸ ਕਰਦੇ ਹੋ। ਇਹ ਵਾਕਈ ਹੀ ਗੁਰਸ਼ਰਨ ਭਾਈ ਦੇ ਉਹ ਲਫ਼ਜ਼ ਮੈਂ ਦੁਹਰਾਉਣਾ ਚਾਹੂੰਗਾ ਕਿ ਆਪਣੀ ਵਿਰਾਸਤ 'ਤੇ ਮਾਣ ਕਰੋ, ਆਪਣੇ ਵਿਰਸੇ 'ਤੇ ਮਾਣ ਕਰੋ, ਪਰ ਸਮੇਂ ਦੇ ਹਾਣੀ ਬਣੋ। ਯਾਨੀ ਅੱਜ ਜੋ ਹੋ ਰਿਹਾ ਉਸ ਨੂੰ ਪਿੱਛੇ ਜੋ ਹੋਇਆ ਉਸ ਨਾਲ ਜੇ ਮੇਲ ਕੇ ਗੱਲ ਕਰੀਏ ਤਾਂ ਬੜਾ ਕੁਝ ਸਮਝ ਪੈਂਦਾ। ਔਰ ਤੁਹਾਡਾ ਦੋਹਾ ਵੀ ਇਸ ਗੱਲੋਂ ਬਿਲਕੁਲ ਅਰਥ ਭਰਪੂਰ ਸੀ। ਮਿਹਰਬਾਨੀ ਗੁਰਪ੍ਰੀਤ ਸਿੰਘ ਜੀ। ਜਦੋਂ ਅਸੀਂ ਗੱਲ ਕਰਦੇ ਹਾਂ ਸਿੱਖੀ ਦੀ, ਸਿੱਖੀ ਵਿਰਾਸਤ ਦੀ, ਅਤੇ ਉਸ ਦੇ ਵਿੱਚ ਪੜਾਓ ਦਰ ਪੜਾਓ ਸਮਾਂ ਜਿਵੇਂ ਚੱਲਦਾ ਹੈ ਕਿ ਇੱਕ ਨਿਜ਼ਾਮ ਜਿਹੜਾ ਪਹਿਲਾਂ ਸੀ, ਚਾਹੇ ਉਹ ਰਾਜਨੀਤਿਕ ਪ੍ਰਬੰਧ ਸੀ ਜਿਸ ਬਾਰੇ ਗੁਰੂ ਨਾਨਕ ਸਾਹਿਬ ਨੇ ਆਰੰਭ ਕਰ ਦਿੱਤਾ ਸੀ, ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾ ਲਓ, ਜਾਂ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਰਾਜੇ ਸ਼ੀ ਮੁਕੱਦਮ ਕੁੱਤੇ, ਬਹੁਤ ਕੁਛ ਉਦਾਹਰਨਾਂ ਮਿਲਦੀਆਂ। ਅਤੇ ਦੂਸਰੇ ਪਾਸੇ
ਜਨੇਊ ਨੂੰ ਪਾਉਣ ਤੋਂ ਇਨਕਾਰ ਕਰਦੇ ਹੋਏ ਬ੍ਰਾਹਮਣੀ ਨਿਜ਼ਾਮ ਨੂੰ ਵੀ ਚੁਣੌਤੀ ਦਿੱਤੀ, ਜਿੱਥੇ ਕਿ ਉਹਨਾਂ ਨੇ ਕਿਹਾ ਦਿਆ ਕਪਾ ਸੰਤੋਖ ਸੂਤ ਜਤ ਗੱਡੀ ਸਤਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ ਰੱਦ ਕੀਤਾ। ਤੇ ਉਸ ਵੇਲੇ ਇੱਕ ਨਹੀਂ ਬਲਕਿ ਉਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਸ ਨਿਜ਼ਾਮ ਦਾ ਹਿੱਸਾ ਸਨ, ਜਿਹੜੀਆਂ ਮਨੁੱਖ ਤੋਂ ਦੂਰ ਕਰਦੀਆਂ ਸਨ, ਉਹਨਾਂ ਨੂੰ ਜਾਤਾਂ ਵਰਗਾਂ 'ਚ ਵੰਡਦੀਆਂ ਸਨ। ਇਸੇ ਕਾਰਨ ਹੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸੋ ਕਿਆ ਰੀਤ। ਸੋ ਗੁਰੂ ਸਾਹਿਬ ਨੇ ਚਲਦਿਆਂ ਚਲਦਿਆਂ ਪੰਜਵੇਂ ਗੁਰੂ ਨਾਨਕ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਉਹਨਾਂ ਨੇ ਜਾ ਕੇ ਸ਼ਹਾਦਤ ਦਿੱਤੀ, ਉਹਨਾਂ ਦੀ ਸ਼ਹੀਦੀ ਹੋਈ। ਸੋ ਇਹ ਲਗਾਤਾਰ ਨਿਰੰਤਰ ਜਿਹੜਾ ਵਰਤਾਰਾ ਚੱਲਿਆ, ਉਸ ਦੇ ਸੰਬੰਧ ਦੇ ਵਿੱਚ ਜੋ ਤੁਸੀਂ ਖੁਦ ਉਸ ਨੂੰ ਜਦੋਂ ਵਿਚਾਰਦੇ ਹੋ, ਪੜ੍ਹਦੇ ਹੋ, ਸਾਹਮਣੇ ਰੱਖ ਕੇ ਦੇਖਦੇ ਹੋ, ਕੀ ਮਹਿਸੂਸ ਕਰਦੇ ਹੋ? ਦੇਖੋ, ਗੁਰੂ ਸਾਹਿਬ ਦੀ ਗੱਲ ਸੁਣਾ ਕਿ ਗੁਰੂ ਅਰਜਨ ਦੇਵ ਦੀ ਜਿਹੜੀ ਸ਼ਹਾਦਤ ਹੈ, ਨੋ ਡਾਊਟ ਕਿ ਗੁਰੂ ਅਰਜਨ ਦੇਵ ਜੀ ਸਿੱਖਾਂ ਵਿੱਚ ਸ਼ਹੀਦਾਂ ਦੇ ਸਰਤਾਜ ਮੰਨੇ ਜਾਂਦੇ ਨੇ, ਔਰ ਸਹੀ ਅਰਥਾਂ ਲਈ, ਕਿਉਂਕਿ ਪਹਿਲੇ ਸ਼ਹੀਦ ਹੀ ਉਹ ਨੇ ਜੀ ਜੇ ਸਿੱਖ ਇਤਿਹਾਸ ਦੀ ਗੱਲ ਕਰੀਏ, ਕਿਉਂਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਨਵਾਂ ਮੋੜ ਆਇਆ ਸਿੱਖੀ ਦੇ ਵਿੱਚ ਜੀ। ਸਿੱਖੀ ਪਹਿਲਾਂ ਨਾਲੋਂ ਵੀ ਹੋਰ ਜ਼ਿਆਦਾ ਇਨਕਲਾਬੀ ਉਸ ਵਿੱਚ ਰੁਚੀਆਂ ਪੈਦਾ ਹੋਈਆਂ, ਜਾਂ ਉਸ ਮਤਲਬ ਉਸ ਕੁਰਬਾਨੀ ਨੇ ਇੱਕ ਨਵੀਂ ਕਰਵਟ ਲਈ। ਪਰ ਜਿਹੜਾ ਪੋਲੀਟੀਕਲ ਉਹਨਾਂ ਦਾ ਨੈਰੇਟਿਵ ਹੈ ਉਹਨਾਂ ਦਾ, ਜਿਸ ਦੇ ਵਿੱਚ ਹਾਕਮਾਂ ਨੂੰ ਵੰਗਾਰਨ ਦੀ ਗੱਲ ਵੀ ਹੈ, ਫਿਰ ਸਮਾਜ ਨੂੰ ਬਰਾਬਰ ਕਰਨ ਦੀ ਗੱਲ ਵੀ ਹੈ, ਮੀਆਂ ਮੀਰ ਵਰਗੇ ਨੂੰ ਸੱਦ ਕੇ ਦਰਬਾਰ ਸਾਹਿਬ ਦੀ ਨੀਂਹ ਰਖਾਉਣੀ, ਫਿਰ ਉਸ ਤੋਂ ਬਾਅਦ ਦਸਵੰਧ ਦੀ ਪਰੰਪਰਾ, ਫਿਰ ਕੋੜੀਆਂ ਨੂੰ ਗੱਲ ਲਾਉਣਾ, ਇਹ ਸਾਰਾ ਕੁਝ ਜਿਹੜਾ ਉਸ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਅੱਗੇ ਵਧਾਉਣ ਵਾਲੀ ਗੱਲ ਸੀ ਜੀ। ਉਸ ਨੂੰ ਕਿਸੇ ਤਰ੍ਹਾਂ ਨਿਖੇੜ ਕੇ ਨਹੀਂ ਵੇਖ ਸਕਦੇ ਆਪਾਂ। ਇਹੀ ਕਾਰਨ ਹੈ ਕਿ ਜਿਹੜੀ ਬਾਣੀ ਵੀ ਹੈ, ਉਸ ਵਿੱਚ ਜਿੰਨੇ ਵੀ ਬਾਅਦ 'ਚ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਹੜੇ ਗੁਰੂ ਆਏ ਨੇ, ਉਹਨਾਂ ਬਾਣੀਆਂ ਦੇ ਵਿੱਚ ਵੀ ਜਿੱਥੇ ਉਹ ਆਪਣੀ ਬਾਣੀ ਸਮੇਟਦੇ ਆ, ਉੱਥੇ ਨਾਨਕ ਹੀ ਆਪਣੇ ਆਪ ਨੂੰ ਕਹਿ ਕੇ ਸੰਬੋਧਨ ਕੀਤਾ ਗਿਆ। ਕਿਉਂਕਿ ਇੱਕ ਤਰੀਕੇ ਨਾਲ ਉਹ, ਜਿਵੇਂ ਅੱਜ ਅਸੀਂ ਵੇਖਦੇ ਹਾਂ ਅਜੋਕੇ ਸਮੇਂ 'ਚ ਰਿਲੇ ਰੇਸ ਹੁੰਦੀ ਹੈ, ਇੱਕ ਵਿਅਕਤੀ ਮਸ਼ਾਲ ਚੁੱਕ ਕੇ ਨੱਠਿਆ ਆਉਂਦਾ, ਉਹ ਮਸ਼ਾਲ ਅਗਲੇ ਨੂੰ ਫੜਾਉਂਦਾ, ਉਹ ਮਸ਼ਾਲ 'ਚ ਅਗਾਂਹ ਕਿਸੇ ਹੋਰ ਨੂੰ ਫੜਾਉਂਦਾ, ਤਾਂ ਉਹ ਵਿਚਾਰਾਂ ਨੂੰ ਅੱਗੇ ਤੋਰਨ ਦੀ ਗੱਲ ਹੁੰਦੀ ਹੋ ਰਹੀ। ਸੋ ਕਿਸੇ ਵੀ ਤਰੀਕੇ ਨਾਲ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਇਤਿਹਾਸ ਨੂੰ, ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਬਰ ਨੂੰ ਵੰਗਾਰ ਸੀ, ਉਸ ਤੋਂ ਵੱਖਰਾ ਕਰਕੇ ਨਹੀਂ ਵੇਖ ਸਕਦੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਜਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਥਾਪਨਾ, ਉਸ ਨੂੰ ਵੀ ਇਹਨਾਂ ਕੁਰਬਾਨੀਆਂ ਤੋਂ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ। ਜਿਸ ਤਰ੍ਹਾਂ ਇਹਨਾਂ ਦਿਨਾਂ ਨੂੰ ਅਸੀਂ ਇਤਿਹਾਸਕ ਤੌਰ 'ਤੇ ਵੀ ਦੇਖਦੇ ਹਾਂ, ਤਾਂ ਉਹਨਾਂ ਨੁਕਤਿਆਂ ਨੂੰ, ਵਿਚਾਰਾਂ ਨੂੰ ਧਿਆਨ ਵਿੱਚ ਰੱਖ ਕੇ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਜਿਵੇਂ ਬਿਆਨ ਕੀਤਾ ਗਿਆ, ਜਿਵੇਂ ਪੇਸ਼ ਕੀਤਾ ਗਿਆ, ਉਹਦੇ ਇਤਿਹਾਸਕ ਪ੍ਰਸੰਗ ਹੈ, ਉਹਦੀ ਵਿਲੱਖਣਤਾ ਕੀ ਹੈ, ਉਸ ਨੂੰ ਮੈਂ ਸਮਝਦਾ ਕਿ ਵੱਧ ਤੋਂ ਵੱਧ ਪੜ੍ਹਨਾ, ਵਿਚਾਰਨਾ ਅਤੇ ਇਤਿਹਾਸ ਤੋਂ ਸੇਧ ਲੈਣ ਦੀ ਜ਼ਰੂਰਤ ਹੈ, ਤਾਂ ਕਿ ਅਸੀਂ ਸਹੀ ਅਰਥਾਂ ਦੇ ਵਿੱਚ ਦੇਖ ਸਕੀਏ। ਕਈ ਵਾਰੀ ਸੀਮਤ ਜੀਆਂ ਘਟਨਾਵਾਂ ਤੱਕ ਉਹਨਾਂ ਨੂੰ ਸੀਮਤ ਕਰਕੇ ਰੱਖ ਦਿੱਤਾ ਜਾਂਦਾ ਹੈ। ਇਹ ਪ੍ਰਚਾਰਕ ਵਰਗ ਵੀ ਕਈ ਵਾਰ ਇਸ ਤਰ੍ਹਾਂ ਟਪਲਾ ਖਾਂਦਾ ਹੈ, ਜਾਂ ਫਿਰ ਕਈ ਕਿਤਾਬਾਂ ਦੇ ਵਿੱਚ ਵੇਰਵੇ ਵੀ ਗਲਤ ਮਿਲਦੇ ਨੇ, ਜਦ ਕਿ ਉਹ ਇੱਕ ਬਹੁਤ ਵੱਡਾ ਪ੍ਰਸੰਗ ਹੈ, ਜਿਸ ਨੂੰ ਇੱਕ ਕਹਿਰੇ ਰੂਪ ਦੇ ਵਿੱਚ ਨਹੀਂ, ਉਹਦੀਆਂ ਪਰਤ ਦਰ ਪਰਤ, ਉਹਦੀਆਂ ਜਿਹੜੀਆਂ ਗੁੰਝਲਾਂ ਨੇ, ਜਿਹੜੀਆਂ ਬਰੀਕੀਆਂ ਨੇ, ਉਹਨਾਂ ਨੂੰ ਸਮਝਣਾ ਜ਼ਰੂਰੀ ਹੈ, ਤਾਂ ਕਿ ਸਾਡੇ ਸਾਹਮਣੇ ਉਹ ਗੱਲ ਹੋ ਸਕੇ ਕਿ ਸ਼ਹਾਦਤ ਕਿਵੇਂ ਹੋਈ, ਕਿਸ ਲਈ ਹੋਈ, ਅਤੇ ਉਹ ਸ਼ਹਾਦਤ ਦੇ ਪਿੱਛੇ ਅਸਲ ਕਾਰਨ ਕਿੰਨੇ ਵੱਡੇ ਸਨ, ਅਤੇ ਉਸ ਦੇ ਪ੍ਰਭਾਵ ਤੋਂ ਬਾਅਦ ਕੀ ਨਤੀਜੇ ਨਿਕਲੇ, ਅਤੇ ਬਾਅਦ ਦੇ ਵਿੱਚ ਕੀ ਵਰਤਾਰਾ ਅਗਾਂਹ ਤੁਰਿਆ। ਬਿਲਕੁਲ, ਇਹ ਬਹੁਤ ਜ਼ਰੂਰੀ ਹੈ। ਗੁਰੂ ਅਰਜਨ ਦੇਵ ਜੀ ਦੇ ਕੇਸ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਕਈ, ਜਿਵੇਂ ਮਿਸਾਲ ਦੇ ਤੌਰ 'ਤੇ ਬਹੁਤ ਨਿਕੰਮੇ ਜਿਹੇ ਲੈਵਲ 'ਤੇ ਜਾ ਕੇ ਇਸ ਕਿਸਮ ਦੀ ਗੱਲ ਬੜੀ ਵਡਿਆਈ ਜਾਂਦੀ ਹੈ, ਜਾਂ ਵਧਾ ਚੜਾ ਕੇ ਪੇਸ਼ ਕੀਤੀ ਜਾਂਦੀ ਕਿ ਚੰਦੂ ਸ਼ਾਹ ਦੇ ਕਹਿਣ 'ਤੇ ਸਾਰਾ ਕੁਝ ਹੋਇਆ। ਚੰਦੂ ਸ਼ਾਹ ਨੇ ਗੁਰੂ ਸਾਹਿਬ ਦੇ, ਜਾਂ ਗੁਰੂ ਸਾਹਿਬ ਨੇ ਉਹਦੇ ਟੱਬਰ ਨਾਲ ਰਿਸ਼ਤਾ ਜੋੜਨ ਤੋਂ ਇਨਕਾਰ ਕੀਤਾ। ਇਹ ਇਸ ਗੱਲ ਕਰਕੇ ਇੱਕ ਬਦਲੇ ਦੀ ਭਾਵਨਾ ਵਿੱਚੋਂ ਸਾਰਾ ਕੁਝ ਕਰਵਾਇਆ ਗਿਆ। ਜਿਹੜਾ ਵੱਡਾ ਇੱਕ ਵਰਤਾਰਾ, ਉਸ ਤੋਂ ਇਗਨੋਰ ਕੀਤਾ ਜਾ ਰਿਹਾ ਜੀ। ਖੁਸਰੋ ਨੂੰ ਆਸਰਾ ਦੇਣਾ, ਸਟੇਟ ਦੀ ਅੱਖਾਂ 'ਚ ਅੱਖਾਂ ਪਾ ਕੇ ਵੇਖਣਾ। ਫਿਰ ਚੰਦੂ ਸ਼ਾਹ ਨੇ ਜਿਹੜੇ ਲਫ਼ਜ਼ ਇਸਤੇਮਾਲ ਕੀਤੇ ਨੇ ਸਿੱਖੀ ਵਾਸਤੇ ਜੀ, ਉਹ ਕਿਵੇਂ ਕਾਰਨ ਬਣੇ। ਚੰਦੂ ਸ਼ਾਹ ਦਾ ਆਪਣਾ ਇੱਕ ਰਾਜ ਪ੍ਰਬੰਧ ਦੇ ਵਿੱਚ ਹੱਥ ਠੋਕਾ ਹੋਣਾ ਜੀ, ਔਰ ਕਿਸ ਤਰੀਕੇ ਨਾਲ ਉਹਨਾਂ ਨੇ ਬਰਾਬਰਤਾ ਦੀ ਗੱਲ ਕੀਤੀ। ਗੁਰੂ ਗ੍ਰੰਥ ਸਾਹਿਬ ਨੂੰ ਦੀ ਜਿਹੜੀ, ਜਿਹਨੂੰ ਆਦਿ ਗ੍ਰੰਥ ਕਿਹਾ ਜਾਂਦਾ, ਜਦੋਂ ਸੰਪਾਦਨਾ ਹੋਈ ਹੈ, ਉਸ ਵਿੱਚ ਜਿਨ੍ਹਾਂ ਲੋਕਾਂ ਨੂੰ ਸਮਾਜ ਵੱਲੋਂ ਦੁਤਕਾਰਿਆ ਗਿਆ, ਉਹੋ ਜਿਹੇ ਸੰਤਾਂ ਨੂੰ, ਭਗਤਾਂ ਨੂੰ ਉਹਨਾਂ ਦੀ ਬਾਣੀ ਦਰਜ ਕਰਾਉਣੀ। ਔਰ ਇਸ ਗੱਲ 'ਤੇ ਵੀ ਪਹਿਰਾ ਦੇਣਾ ਕਿ ਜਿਹੜਾ, ਜਿਵੇਂ ਕਿ ਅਸੀਂ ਸੁਣਦੇ ਨਾ ਕਿ ਜਿਹੜਾ ਗੁਰੂ ਰਾਮ ਰਾਏ ਵੇਲੇ ਇੱਕ ਵਾਦ ਚੱਲਿਆ ਸੀ ਕਿ ਜਿਹੜੀ ਹਾਕਮਾਂ ਨੂੰ ਖੁਸ਼ ਕਰਨ ਦੀ ਖਾਤਰ ਬਾਣੀ ਜਿਹੜੀ ਹੈ ਉਸ ਵਿੱਚ ਤਬਦੀਲੀ ਕੀਤੀ ਜਾਵੇ, ਉਸ 'ਤੇ ਵੀ ਪਹਿਰਾ ਦੇਣਾ ਕਿ ਅਸੀਂ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਨਾ। ਗੁਰੂ ਹਰਿਰਾਏ ਸਾਹਿਬ ਦੀ ਉਹ ਬੜੀ ਇਤਿਹਾਸਕ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ, ਗੁਰੂ ਹਰਿਰਾਏ ਸਾਹਿਬ ਨੇ ਜਦੋਂ ਇਹ ਦੇਖਿਆ ਕਿ ਰਾਮ ਰਾਏ ਉੱਥੇ ਜਾ ਕੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹਨੂੰ ਅਰਥਾਂ ਨੂੰ ਬਦਲ ਰਿਹਾ, ਸ਼ਬਦਾਂ ਨੂੰ ਬਦਲ ਰਿਹਾ, ਅਤੇ ਗੁਰੂ ਸਾਹਿਬ ਨੇ ਉਸ ਨੂੰ ਇਸ ਗੱਲ ਦੀ ਝਾੜ ਪਾਈ ਕਿ ਕਿਸੇ ਵੀ ਰਾਜਸੀ ਜਾਂ ਮਜ਼ਹਬੀ ਉਹ ਦਬਾਓ ਜਾਂ ਪ੍ਰਭਾਵ ਦੇ ਅਧੀਨ ਜਿਹੜੀ ਗੁਰਬਾਣੀ ਦੀ ਮਹਾਨਤਾ ਹੈ, ਉਸ ਨੂੰ ਛੁਟਿਆਉਣ ਵਾਸਤੇ ਜਾਂ ਕਿਸੇ ਪ੍ਰਸ਼ੰਸਾ ਦੇ ਵਿੱਚ ਉਸ ਨੂੰ ਅਰਥਾਂ ਨੂੰ ਅਨਰਥ ਕਰਨ ਦੇ ਵਾਸਤੇ ਇਹ ਕਬੂਲ ਨਹੀਂ।
ਤੇ ਗੁਰੂ ਸਾਹਿਬ ਨੇ ਕਦੇ ਵੀ ਉਸ ਨੂੰ ਮੁੜ ਕੇ ਆਪਣੇ ਪੁੱਤਰ ਹੋਣ ਦੇ ਬਾਵਜੂਦ ਮੱਥੇ ਨਹੀਂ ਲਾਇਆ। ਬਿਲਕੁਲ। ਸੋ ਮੈਂ ਉਹੀ ਕਹਿਣਾ ਚਾਹ ਰਿਹਾ ਸੀ ਕਿ ਜਿਹੜਾ ਗੁਰੂ ਜਦੋਂ ਅਰਜਨ ਦੇਵ ਜੀ ਨੇ ਜਦੋਂ ਸਾਰਾ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਬਿਲਕੁਲ, ਸੋ ਉਸ ਵੇਲੇ ਵੀ ਜ਼ਾਹਿਰਾ ਤੌਰ ਤੇ ਇਸ ਕਿਸਮ ਦਾ ਪ੍ਰੈਸ਼ਰ ਸੀਗਾ ਬਿਲਕੁਲ ਹੁਕਮਰਾਨਾਂ ਵੱਲੋਂ ਕਿ ਇਸ ਵਿੱਚ ਕਈ ਗੱਲਾਂ ਇਹੋ ਜਿਹੀਆਂ ਲਿਖੀਆਂ ਗਈਆਂ ਨੇ ਜਾਂ ਬਾਣੀ ਵਿੱਚ ਇਹੋ ਜਿਹਾ ਕੁਝ ਦਰਜ ਹੋਇਆ ਜਾਂ ਗੁਰੂ ਸਾਹਿਬ ਦੇ ਆਪਣੇ ਉਪਦੇਸ਼ ਵਿੱਚ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਵੰਗਾਰਦੀਆਂ ਨੇ ਜਾਂ ਸਾਡੀ ਰਵਾਇਤਾਂ ਨੂੰ ਸਵਾਲ ਕਰਦੀਆਂ। ਜੇ ਗੁਰੂ ਨਾਨਕ ਦੇਵ ਜੀ ਨੇ ਤਾਂ ਰਵਾਇਤਾਂ ਦਾ ਕੁਐਸਚਨ ਕਰਨਾ ਸ਼ੁਰੂ ਕਰਤਾ ਸੀ। ਬਿਲਕੁਲ, ਉਹਨਾਂ ਨੇ ਜੋ ਕਿਹਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ, ਜੋ ਬ੍ਰਾਹਮਣਵਾਦ 'ਚ ਗੱਲਾਂ ਮਾੜੀਆਂ ਹੋ ਰਹੀਆਂ ਸੀਗੀਆਂ ਉਸ 'ਤੇ ਵੀ ਉਹਨਾਂ ਨੇ ਕਿੰਤੂ ਕੀਤਾ। ਇਸਲਾਮ ਦੇ ਵਿੱਚ ਜੋ ਊਣਤਾਈਆਂ ਨਜ਼ਰ ਆਈਆਂ ਉਹਨਾਂ ਨੇ ਉਸ 'ਤੇ ਵੀ ਕਿੰਤੂ ਕੀਤਾ। ਬਿਲਕੁਲ ਸਹੀ ਹੈ। ਲੋਕਾਂ ਨੂੰ ਸਹੀ ਰਾਹ ਪਾਉਣ ਦੀ ਕੋਸ਼ਿਸ਼ ਕੀਤੀ। ਸੋ ਉਹਨਾਂ ਨੂੰ ਤਕਲੀਫ ਤਾਂ ਸੀ ਇਸ ਗੱਲ ਦੀ ਕਿ ਇਹ ਜਿਹੜਾ ਆਦਿ ਗ੍ਰੰਥ ਹੈ ਇਹ ਸਾਨੂੰ ਕਿਸ ਤਰ੍ਹਾਂ ਵੰਗਾਰ ਰਿਹਾ ਜੀ ਜੀ, ਜਾਂ ਇਹਨਾਂ ਦਾ ਜਿਹੜਾ ਮਿਸ਼ਨ ਹੈ ਉਹ ਕਿਸ ਤਰ੍ਹਾਂ ਸਾਨੂੰ ਵੰਗਾਰ ਰਿਹਾ। ਸੋ ਉਹ ਕਿਧਰੇ ਨਾ ਕਿਧਰੇ ਜਿਹੜੀ ਕੁਰਬਾਨੀ ਜਿਹੜੀ ਉਹਨਾਂ ਦੀ ਹੋਈ ਹੈ, ਇਹ ਸਾਰੇ ਫੈਕਟਰਸ ਜਿਹੜੇ ਆ ਉਹਨਾਂ ਨੂੰ ਸਮੁੱਚਤਾ 'ਚ ਵੇਖਣਾ ਚਾਹੀਦਾ, ਬਜਾਏ ਕਿ ਅਸੀਂ ਇੱਕ ਦੋ ਘਟਨਾਵਾਂ ਨੂੰ ਲੈ ਕੇ ਤੇ ਉਹਨਾਂ ਨੂੰ ਅਖੀਰੀ ਮੰਨ ਕੇ ਜੀ ਤੇ ਉਸ ਇਤਿਹਾਸ ਤੋਂ, ਕੁਰਬਾਨੀ ਦੇ ਇਤਿਹਾਸ ਨੂੰ ਛੁਟਿਆ ਕੇ ਵੇਖੀਏ। ਮੇਰਾ ਇਹ ਕਹਿਣਾ ਮਕਸਦ ਸੀ। ਬਿਲਕੁਲ ਜੀ, ਬਹੁਤ ਸਾਰੇ ਲੇਖਕਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਲਿਖਿਆ। ਉਹਨਾਂ 'ਚੋਂ ਇੱਕ ਕਿਤਾਬ ਮੇਰੇ ਧਿਆਨ ਦੇ ਵਿੱਚ ਜਿਹੜੀ ਆਈ, ਸੱਚ ਦੀ ਸਿਆਸਤ। ਇਹ ਕਿਤਾਬ ਵੀ ਅਸੀਂ ਦਰਸ਼ਕਾਂ ਨੂੰ ਵੀ ਕਹਾਂਗੇ ਕਿ ਜ਼ਰੂਰ ਪੜ੍ਹਿਓ, ਹੋਰ ਵੀ ਜਿੱਥੋਂ ਸਰੋਤ ਮਿਲੇ। ਪਰ ਇਹ ਕਿਤਾਬ ਗੁਰਪ੍ਰੀਤ ਸਿੰਘ ਜੀ ਇੱਕ ਸੰਵਾਦ ਹੈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਬਾਰੇ। ਜਿਹੜੇ ਵੱਖ-ਵੱਖ ਚਿੰਤਕ ਨੇ, ਬੁੱਧੀਜੀਵੀ ਨੇ, ਕਿਸ ਤਰ੍ਹਾਂ ਸੰਵਾਦ ਕਰਦੇ ਨੇ, ਉਸ ਦੇ ਪ੍ਰਸੰਗ ਨੂੰ ਕਿਵੇਂ ਦੇਖਦੇ ਨੇ, ਉਹ ਜਿਹੜਾ ਬਿਰਤਾਂਤ ਹੈ, ਬਿਰਤਾਂਤ ਕਿਵੇਂ ਸਿਰਜਿਆ ਗਿਆ ਉਹ ਸ਼ਹਾਦਤ ਦਾ, ਉਸ ਨੂੰ ਵੇਖਣਾ ਤੇ ਉਸ ਦੇ ਵਿੱਚ ਉਹ ਘਟਨਾਵਾਂ ਨੂੰ ਕੱਲੀਆਂ ਇਕਹਿਰੀਆਂ ਕਰਕੇ ਦੇਖਣ ਦੀ ਥਾਂ ਤੇ ਉਹਨਾਂ ਦੀ ਨਿਰੰਤਰਤਾ ਜਿਹੜੀ ਹੈ ਉਸ ਦੇ ਵਿੱਚੋਂ ਜਾਣਾ। ਜਿਸ ਤਰ੍ਹਾਂ ਜਿਵੇਂ ਹੁਣੇ ਜ਼ਿਕਰ ਕੀਤਾ, ਅਹਿਮਦ ਸਰਹੰਦੀ ਜਿਹੜਾ ਹੋਇਆ 1564 ਤੋਂ 1624 ਤੱਕ, ਕਿਸ ਤਰੀਕੇ ਨਾਲ ਉਹ ਜਿਹੜਾ ਹੈ ਉਸ ਵੇਲੇ ਕੱਟੜਤਾ ਦਾ ਸਿਖਰ ਸੀ। ਜਿਸ ਤਰ੍ਹਾਂ ਜਹਾਂਗੀਰ ਜਿਹੜਾ ਕਿ ਤੁਜ਼ਕੇ ਜਹਾਂਗੀਰੀ ਦੇ ਵਿੱਚ ਲਿਖਦਾ ਵੀ ਹੈ ਬਹੁਤ ਕੁਛ, ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆਉਂਦੇ ਨੇ। ਫਿਰ ਉਸ ਵੇਲੇ ਹੋਰ ਵੀ ਜਿਹੜੇ ਆ ਈਸਾਈ ਮਿਸ਼ਨਰੀ ਦਾ ਜਿਹੜਾ ਆਮਦ ਹੋਣੀ ਤੇ ਫਾਦਰ ਉਸ ਵੇਲੇ ਜਿਹੜਾ ਇੱਕ ਉਹ ਸਮਕਾਲੀ ਹੈ, ਉਹ ਆਪਣੀਆਂ ਕੁਛ ਲਿਖਤਾਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰਦਾ, ਉਹਨਾਂ ਨੂੰ ਵੀ ਇਹਦੇ ਵਿੱਚ ਡਿਸਕਸ ਕੀਤਾ ਗਿਆ। ਫਿਰ ਇੱਥੇ ਹੀ ਨਹੀਂ ਬਲਕਿ ਜਿਹੜੇ ਬ੍ਰਾਹਮਣੀ ਨਿਜ਼ਾਮ ਦਾ ਸਭ ਤੋਂ ਜ਼ਿਆਦਾ ਕੱਟੜਤਾ ਦਾ ਦੌਰ ਸੀ, ਜਿਸ ਦਾ ਤਕਲੀਫ ਜਿਹੜੀ ਹੈ ਸਭ ਤੋਂ ਵੱਧ ਉਹਨਾਂ ਲੋਕਾਂ ਨੇ ਮੰਨੀ ਜਿਹੜੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇ ਵਿੱਚ ਜਮਾਤਾਂ ਨੂੰ ਵੰਡਦੇ ਸਨ। ਹੁਣ ਦੇਖੋ, ਭਗਤ ਨਾਮਦੇਵ ਜੀ ਨੇ ਇੱਕ ਪਰਿਵਾਰ ਜਿਹੜਾ ਸ਼ਿੰਬੇ ਪਰਿਵਾਰ 'ਚ ਜੰਮਦੇ ਨੇ। ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਭਗਤ ਨਾਮਦੇਵ ਜੀ ਫਰਮਾਨ ਕਰਦੇ ਨੇ, ਨਾਮਾ ਕਹੇ ਤਲੋਚਨਾ ਮੁਕਤੇ ਰਾਮ ਸਮਾਲ, ਜਦੋਂ ਵਾਰਤਾਲਾਪ ਹੈ, ਦੇਖੋ ਉਹਦੇ ਵਿੱਚ ਕਿੰਨੀ ਖੂਬਸੂਰਤ ਗੱਲ ਕੀਤੀ ਹੈ, ਨਾਮਾ ਕਹੇ ਤਲੋਚਨਾ ਮੁਕਤੇ ਰਾਮ ਸਮਾਲ। ਅੰਦਰੋਂ ਜਿਹੜਾ ਹੈ ਆਪਣਾ ਚਿੱਤ ਕਿੱਥੇ ਜੋੜਨਾ ਹੈ ਨਾ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਸੇ ਤਰੀਕੇ ਨਾਲ ਉਹ ਇੱਥੋਂ ਤੱਕ ਵੀ ਕਹਿੰਦੇ ਨੇ, ਹਿੰਦੂ ਅੰਨਾ ਤੁਰਕੂ ਖਾਣਾ, ਇਹ ਇੱਕ ਇਨਕਲਾਬ ਦਾ ਸਿਖਰ ਹੈ। ਜਦੋਂ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸਾਹਿਬ ਦਾ ਉਹ ਸ਼ਬਦ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਾਹੇ ਨਹੀਂ ਆਇਆ। ਜੇ ਇਸੇ ਤਰੀਕੇ ਨਾਲ ਬਾਕੀ ਭਗਤ ਰਵਿਦਾਸ ਜੀ ਦੀ ਤੁਸੀਂ ਰਚਨਾ ਪੜ੍ਹ ਲਓ, ਗੁਰੂ ਸਾਹਿਬਾਨ ਤੇ ਸ਼ਬਦ ਤਾਂ ਜਿਹੜੇ ਹੈ ਨਹੀਂ, ਜਿਹੜੇ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜਾਂ ਬਾਅਦ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜਿਹੜੀ ਜੁੜੀ ਹੈ, ਜਿਸ ਨੂੰ ਸ਼ਾਮਲ ਕੀਤਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ, ਜਿਸ ਦੇ ਵਿੱਚ ਭੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤਾਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਸਾਰਾ ਇੱਕ ਵੱਡਾ ਇੱਕ ਉਸ ਸਮੇਂ ਦੇ ਸੰਦਰਭ ਵਿੱਚ ਵੀ ਤੇ ਸਿੱਧੀ ਵੀ ਜਿਹੜਾ ਇੱਕ ਚੇਤਨਾ ਦੇ ਪੱਖੋਂ ਵਿਚਾਰਨ ਵਾਲੀ ਗੱਲ ਹੈ। ਪਰ ਜਿਹੜੀ ਵੱਡੀ ਗੱਲ ਹੈ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਇੱਕ ਆਧਾਰ ਤੇ ਅਸੀਂ ਦੇਖੀਏ ਤਾਂ ਕਿੱਡਾ ਵੱਡਾ ਚੈਲੰਜ ਸੀ ਜਿਹੜਾ ਗੁਰੂ ਸਾਹਿਬ ਨੇ ਉਸ ਵੇਲੇ ਉਸ ਨੂੰ ਜਵਾਬ ਦਿੱਤਾ, ਜਿਸ ਮਜਾਲ ਨਾਲ ਜਵਾਬ ਦਿੱਤਾ। ਮੈਂ ਕਹਿੰਦਾ ਵੀ ਇਸ ਵੇਲੇ ਉਹਨੂੰ ਸਹੀ ਅਰਥਾਂ 'ਚ ਸਮਝਣਾ ਬੜਾ ਜ਼ਰੂਰੀ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪਾਦਨਾ ਹੋਈ ਹੈ ਜੀ, ਜਿਸ ਤਰ੍ਹਾਂ ਇਹਨਾਂ ਵੱਖਰੇ ਵੱਖਰੇ ਭਗਤਾਂ ਦੀਆਂ ਬਾਣੀਆਂ ਨੂੰ ਇਕੱਠਾ ਕੀਤਾ ਗਿਆ ਜੀ, ਉਸ ਵਿੱਚ ਜਿਹੜਾ ਇਨਕਲਾਬੀ ਸੰਦੇਸ਼ ਹੈ, ਜੀ ਜੀ, ਜਿਹੜਾ ਸਮਾਜ ਨੂੰ ਸਿੱਧੇ ਤੌਰ ਤੇ ਵੰਗਾਰ ਹੈ, ਜੀ, ਠੀਕ ਹੈ, ਰਾਜ ਕਰ ਰਹੀ ਜਮਾਤ ਨੂੰ ਸਿੱਧੇ ਤੌਰ ਤੇ ਵੰਗਾਰ ਹੈ, ਜੀ, ਉਹਨੂੰ ਇਕੱਠਾ ਕਰਕੇ ਇੱਕ ਥਾਂ ਤੇ ਆਦਿ ਗ੍ਰੰਥ ਦੇ ਰੂਪ 'ਚ ਸੰਪਾਦਿਤ ਕਰਨਾ, ਇਹ ਆਪਣੇ ਆਪ ਵਿੱਚ ਬਹੁਤ ਵੱਡਾ ਇੱਕ ਇਨਕਲਾਬੀ ਕਦਮ ਸੀ। ਜੀ, ਨਾਲੇ ਗੁਰੂਆਂ ਦਾ ਇੱਕ ਮਿਸ਼ਨ ਹੋਰ ਵੀ ਸੀਗਾ। ਤੁਸੀਂ ਵੇਖੋ, ਉਸ ਦੌਰ ਦੇ ਵਿੱਚ ਸ਼ੂਦਰਾਂ ਨੂੰ ਕਿਹਾ ਜਾਂਦਾ ਸੀ ਕਿ ਵੇਦ ਪੜ੍ਹਨ ਦੀ ਆਗਿਆ ਨਹੀਂ, ਹਾਂਜੀ, ਤੇ ਜੇ ਕੋਈ ਸੁਣੂਗਾ ਤੇ ਉਹਦੇ ਅੱਖਾਂ ਉਹਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਦਿਓ। ਉਸ ਦੌਰ ਦੇ ਵਿੱਚ ਇੱਕ ਇਹ ਨਵਾਂ ਇੱਕ ਰਾਹ ਚਲਾਉਣਾ, ਜਿਸ ਵਿੱਚ ਉਹਨਾਂ ਨੂੰ ਪੜ੍ਹਨ ਦੀ ਵੀ ਰੁਚੀ ਪੈਦਾ ਕਰਨੀ, ਉਹਨਾਂ ਨੂੰ ਇਸ ਗੱਲ ਦੀ ਆਗਿਆ ਦੇਣੀ ਕਿ ਤੁਸੀਂ ਗੁਰਦੁਆਰੇ 'ਚ ਵੀ ਆ ਸਕਦੇ ਹੋ, ਤੁਸੀਂ ਬਾਣੀ ਪੜ੍ਹ ਵੀ ਸਕਦੇ ਹੋ, ਸੁਣ ਵੀ ਸਕਦੇ ਹੋ। ਹਾਂਜੀ, ਔਰ ਤੁਹਾਡੇ ਵਿੱਚੋਂ ਜਿਹੜੇ ਉੱਠੇ ਨੇ, ਜਿਨ੍ਹਾਂ ਨੇ ਬਾਣੀਆਂ ਲਿਖੀਆਂ ਨੇ, ਉਹਨਾਂ ਬਾਣੀਆਂ ਨੂੰ ਅਸੀਂ ਆਪਣੇ ਇਸ ਆਦਿ ਗ੍ਰੰਥ 'ਚ ਸ਼ਾਮਲ ਕਰ ਰਹੇ ਹਾਂ। ਜੀ ਜੀ, ਇਹ ਆਪਣੇ ਆਪ 'ਚ ਇਨਕਲਾਬੀ ਮਿਸ਼ਨ ਸੀ। ਜ਼ਾਹਿਰ ਤੌਰ ਤੇ ਬ੍ਰਾਹਮਣਵਾਦ ਨੂੰ ਵੀ ਵੰਗਾਰ ਸੀ ਤੇ ਨਾਕਸ਼ਬੰਦੀਆਂ ਨੂੰ ਵੀ। ਸੋ ਇਸ ਗੱਲ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਜੀ ਜੀ,
ਸੱਚਾਈ ਇਹ ਹੈ ਕਿ ਜਦੋਂ ਅਸੀਂ ਕਿਤਾਬ ਦੇ ਵਿੱਚੋਂ ਮੈਂ ਕੁਝ ਹਵਾਲੇ ਦਿੰਦਾ ਕਿ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਦੇ ਬਾਰੇ ਇੱਕ ਬੜਾ ਕਮਾਲ ਦੀ ਗੱਲ ਹੈ ਕਿ ਸ਼ਹਾਦਤ ਦਾ ਜਿਹੜਾ ਕਨਸੈਪਟ ਆ, ਸ਼ਹੀਦੀ ਜਿਸ ਦਾ ਮਤਲਬ ਹੁੰਦਾ ਸ਼ਾਦੀ ਗਵਾਹੀ, ਤੇ ਸ਼ਹਾਦਤ ਦੇ ਬਾਰੇ ਇਹ ਕਿਹਾ ਜਾ ਸਕਦਾ ਕਿ ਸ਼ਹੀਦੀ ਕ੍ਰਾਂਤੀਕਾਰੀ ਹਥਿਆਰ ਤਾਂ ਗੁਰੂ ਅਰਜਨ ਦੇਵ ਜੀ ਨਾਲ ਹੀ ਬਣੀ। ਜਿਸ ਤਰੀਕੇ ਨਾਲ ਉਸ ਤੋਂ ਪਹਿਲਾਂ ਵੀ ਵਿਪਰੀਤ ਵਿਚਾਰਾਂ ਨੂੰ ਕੁਚਲਣ ਦੇ ਵਾਸਤੇ ਫਿਲਾਸਫਰ ਬਰੂਨੋ ਜਿਹੜਾ ਕਿ 1548 ਤੋਂ 1600 ਤੱਕ ਸੀ ਵਰਗੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ, ਪਰ ਆਪਣੇ ਵਿਚਾਰਾਂ ਲਈ ਸ਼ਹੀਦ ਹੋਣ ਦੀ ਚੋਣ ਉਹਨਾਂ ਸ਼ਹੀਦਾਂ ਦੀ ਆਪਣੀ ਨਹੀਂ ਸਗੋਂ ਹਕੂਮਤ ਦੀ ਸੀ। ਦੇਖੋ ਇਸ ਤੋਂ ਬਾਅਦ ਦੂਜੀ ਮਿਸਾਲ ਦਿੱਤੀ ਗਈ ਹੈ ਕਿ ਬਰੂਨੋ ਨੂੰ ਰੋਮ ਦੇ ਚਰਚ ਨੇ ਇਸ ਲਈ ਇਹ ਨਹੀਂ ਸੀ ਕਿਹਾ ਕਿ ਤੂੰ ਆਪਣੇ ਵਿਚਾਰ ਛੱਡ ਦੇਈਂ ਤਾਂ ਤੈਨੂੰ ਬਰੀ ਕੀਤਾ ਜਾ ਸਕਦਾ ਹੈ। ਹਾਂ, ਗਲੈਲੀਓ ਨੂੰ ਜ਼ਰੂਰ ਇਹ ਕਿਹਾ ਸੀ ਚਰਚ ਨੇ ਕਿ ਤੂੰ ਆਪਣੇ ਵਿਚਾਰ ਛੱਡ ਦੇ, ਜਿਸ ਕਾਰਨ ਉਹ ਛੱਡਣ ਤੋਂ ਬਾਅਦ ਉਸ ਦੀ ਜਾਨ ਬਖਸ਼ ਦਿੱਤੀ ਗਈ। ਪਰ ਜਿਹੜਾ ਮੁੱਖ ਤੌਰ 'ਤੇ ਇਸ ਦੇ ਵਿੱਚ ਇੱਕ ਜੁਗਤ ਨੂੰ ਪੇਸ਼ ਕੀਤਾ ਗਿਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਚਾਰਾਂ ਦੇ ਕਾਰਨ ਨਹੀਂ, ਵਿਚਾਰਾਂ ਦੇ ਲਈ ਹੋਈ ਹੈ। ਜਿਹੜੇ ਵਿਚਾਰ ਉਹਨਾਂ ਨੇ ਜਿਹੜੇ ਦਿੱਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਦਿੱਤਾ, ਜਾਂ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਉਹ ਜਿਹੜੇ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਤੋਰੇ ਉਹਨਾਂ ਨੂੰ ਪ੍ਰਫੁੱਲਿਤ ਕਰਦਿਆਂ ਹੋਇਆਂ ਉਹ ਦਿੱਤੇ, ਜਿਹੜਾ ਕਿ ਮਨੁੱਖਤਾਵਾਦੀ ਸੋਚ ਦਾ ਸਿਖਰ ਸੀ, ਇਨਸਾਨੀਅਤ ਦੀ ਬਰਾਬਰੀ ਦਾ ਸਿਖਰ ਸੀ, ਜ਼ੁਲਮ ਦੇ ਖਿਲਾਫ ਸਿਖਰ ਸੀ, ਜਾਂ ਉਸ ਵੇਲੇ ਜਿਹੜੇ ਕੱਟੜਤਾ ਦਾ ਦੌਰ ਸੀ ਉਸ ਦੇ ਵਿੱਚ ਸੀ। ਉਹ ਸਾਰੇ ਦਾ ਸਾਰਾ ਜਿਹੜਾ ਸਿਲਸਿਲਾ ਚੱਲਦਾ, ਉਸ ਸਿਲਸਿਲੇ ਦੇ ਵਿੱਚ ਗੁਰੂ ਸਾਹਿਬ ਹਕੂਮਤ ਨੂੰ ਵੀ ਚੁੱਭਦੇ ਸਨ ਤੇ ਗੁਰੂ ਸਾਹਿਬ ਦੇ ਸ਼ਬਦ ਉਹਨਾਂ ਲੋਕਾਂ ਨੂੰ ਵੀ ਚੁੱਭਦੇ ਸਨ ਜਿਹੜੇ ਆਪਣੀ ਤੋਰੀ ਫੁਲਕਾ ਚਲਾ ਰਹੇ ਸਨ। ਜਿਵੇਂ ਕਿ ਗੁਰਬਾਣੀ 'ਚ ਫਰਮਾਨ ਹੈ, ਗਿਆਨ ਬਿਹੂਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ। ਉਹਨਾਂ ਨੇ ਭੁੱਖੇ ਮੁੱਲਿਆਂ ਨੇ ਘਰੇ ਮਸੀਤ ਬਣਾਈ ਸੀ ਤੇ ਗੁਰੂ ਸਾਹਿਬ ਉਹਨਾਂ ਨੂੰ ਵੀ ਚੁੱਭਦੇ ਸਨ। ਉਹ ਸਾਰੇ ਦੌਰ ਦੇ ਵਿੱਚ ਜਿੰਨੇ ਸਾਰੀਆਂ ਤਾਕਤਾਂ ਸਨ ਇੱਕ ਥਾਂ 'ਤੇ ਇਕੱਠੀਆਂ ਹੋਈਆਂ ਜਿਨ੍ਹਾਂ ਨੇ ਇਹ ਸਾਰਾ ਕੁਛ ਕੀਤਾ। ਇਹ 'ਚ ਕੋਈ ਸ਼ੱਕ ਹੀ ਨਹੀਂ ਕਿ ਗੁਰੂ ਅਰਜਨ ਦੇਵ ਦੀ ਸ਼ਹਾਦਤ ਪਿੱਛੇ ਸਾਰੀਆਂ ਤਾਕਤਾਂ ਦੇ ਇੰਟਰਸਟ ਇਕੱਠੇ ਸੀਗੇ ਜੀ, ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ ਜੀ। ਤੋ ਉਸ ਨੂੰ ਉਸੇ ਪਰਿਪੇਖ 'ਚ ਰੱਖਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਆਪਣੇ ਆਪ 'ਚ ਇਨਕਲਾਬੀ ਕਦਮ ਸੀ ਜੀ, ਜਿਸ ਦੀ ਉਹਨਾਂ ਨੇ ਕੀਮਤ ਅਦਾ ਕੀਤੀ ਹੈ। ਬਿਲਕੁਲ ਜੀ। ਸੋ ਕਿਉਂਕਿ ਬ੍ਰਾਹਮਣਵਾਦ ਨੂੰ ਵੰਗਾਰ ਸੀ ਜੀ, ਜ਼ਾਤ ਪਾਤ ਦੀ ਜਿਹੜੀ ਇੱਕ ਪਰੰਪਰਾ ਉਸ 'ਤੇ ਸੱਟ ਸੀ ਇਹ ਜੀ, ਹਕੂਮਤ ਦੇ ਉੱਤੇ ਤਾਂ ਖੈਰ ਸੀਗਾ ਹੀ ਜੀ। ਸੋ ਸਭ ਦੇ ਇੰਟਰਸਟ ਜੁੜ ਗਏ। ਸੋ ਅੱਜ ਵੀ ਇਸ ਗੱਲ ਨੂੰ ਸਮਝਣ ਦੀ ਲੋੜ ਆ, ਜੋ ਅਸੀਂ ਵੇਖਦੇ ਹਾਂ ਕਈ ਵਾਰੀ ਇਹਨੂੰ ਬਹੁਤ ਕਈ ਘਟਾ ਕੇ ਵੇਖਦੇ ਨੇ ਸਾਰੀ ਗੱਲਬਾਤ ਨੂੰ, ਔਰ ਇਸ ਤਰੀਕੇ ਨਾਲ ਪੇਸ਼ ਕਰਦੇ ਨੇ ਕਿ ਸ਼ਾਇਦ ਗੁਰੂ ਅਰਜਨ ਦੇਵ ਦੀ ਲੜਾਈ ਸਿੱਧੇ ਤੌਰ 'ਤੇ ਇਸਲਾਮ ਦੇ ਨਾਲ ਸੀ। ਇਹ ਗੱਲ ਸਹੀ ਨਹੀਂ ਹੈ ਜੀ ਜੀ, ਕਿਉਂਕਿ ਜਿਸ ਕਿਸਮ ਦੀ ਬਾਣੀ ਦਰਜ ਹੋਈ ਹੈ ਉਸ ਵਿੱਚ ਬ੍ਰਾਹਮਣਵਾਦ ਨੂੰ ਵੀ ਵੰਗਾਰਿਆ ਗਿਆ। ਬਿਲਕੁਲ ਜੀ, ਇਕੱਲੇ ਇਸਲਾਮ ਦੀ ਗੱਲ ਨਹੀਂ ਹੋਈ, ਸਗੋਂ ਇਸਲਾਮਿਕ ਰਾਜ ਜਿਹੜਾ ਪ੍ਰਬੰਧ ਹੈ ਉਸ ਦੇ ਜ਼ੁਲਮ ਦੇ ਖਿਲਾਫ ਖੜੇ ਹੋਣਾ। ਸੋ ਅੱਜ ਵੀ ਜਿਹੜਾ ਜਿਸ ਤਰੀਕੇ ਨਾਲ ਭੁਲੇਖਾ ਪੈਦਾ ਕੀਤਾ ਜਾ ਰਿਹਾ ਉਸ ਨੂੰ ਸਮਝਣ ਵਾਸਤੇ ਗ੍ਰੰਥ ਸਾਹਿਬ ਨੂੰ ਖੁਦ ਤੁਸੀਂ ਪੜ੍ਹ ਲਓ, ਤੁਹਾਡੇ ਭੁਲੇਖੇ ਦੂਰ ਹੋ ਜਾਣਗੇ। ਮੈਂ ਮਿਸਾਲ ਹੈ ਗੁਰੂ ਸਾਹਿਬ ਨੇ ਜਦੋਂ ਸਾਡੇ ਅੱਤ ਜਿਨ੍ਹਾਂ ਨੂੰ ਅਦਬ ਨਾਲ ਸਿਰ ਝੁਕਦਾ ਪੰਜਾਬੀ ਬੋਲੀ ਦੇ ਮਹਾਮੁਜੱਸਮੇ ਸ਼ੱਕਰਗੰਜ ਬਾਬਾ ਫਰੀਦ ਜੀ ਦੀ ਗੱਲ ਕਰਦੇ ਆ। ਫਰੀਦ ਸਾਹਿਬ ਕਹਿੰਦੇ ਫਰੀਦ ਸਾਹਿਬ ਨੇ ਸਾਰੀ ਜਿਹੜੀ ਬਾਣੀ ਹੈ ਉਸ ਦੇ ਵਿੱਚ ਇਸਲਾਮ ਦੀ ਗੱਲ ਕੀਤੀ ਹੈ, 5 ਵਕਤ ਦੀ ਨਮਾਜ਼ ਦੀ ਗੱਲ ਕੀਤੀ ਹੈ, ਸੋ ਸਿਰ ਕੱਪ ਉਤਾਰ ਜਿਹੜਾ ਸਾਈਂ ਦੇ ਅੱਗੇ ਨਾ ਝੁਕੇ ਹੈ ਨਾ, ਫਰੀਦਾ ਉੱਠ ਫਰੀਦਾ ਊਜ ਕਰ ਸੁਬਹ ਨਵਾਜ਼ ਗੁਜ਼ਾਰ, ਤੇ ਵਾਰ-ਵਾਰ ਉਹ ਗੱਲ ਕਹਿੰਦੇ ਨੇ। ਨਾਲ ਉਹ ਅੰਦਰੋਂ ਕਹਿੰਦੇ ਨੇ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ, ਕੰਨ ਮੁਸਲਾ ਸੁਫਗਲ ਜਲਗਾਤੀ ਕੁਰਬਾਤ। ਜਦੋਂ ਗੁਰੂ ਸਾਹਿਬ ਨੇ ਇਹ ਸਾਰੀ ਬਾਣੀ ਨੂੰ ਜੋੜਿਆ ਜਾਂ ਇਸ ਦੇ ਵਿੱਚ ਇਹ ਵੀ ਜੋੜਿਆ ਕਿ ਬਾਬਾ ਫਰੀਦ ਇੱਕ ਇਸਲਾਮੀ ਧਾਰਨਾ ਦੇ ਉਸ ਸੂਫੀਆਨਾ ਕਲਾਮ ਨੂੰ ਲੈ ਕੇ ਆਏ ਨੇ ਜਿਹੜਾ ਇਸਲਾਮ ਮਤ ਨੂੰ ਸਮਰਪਿਤ ਹੈ। ਉੱਥੇ ਨਾਲ ਸੂਰਦਾਸ, ਉੱਥੇ ਜਦੋਂ ਭਗਤ ਰਾਮਾਨੰਦ ਜੀ ਅਸੀਂ ਗੱਲ ਕਰਦੇ ਹਾਂ, ਦੇਖੋ ਉਹਨਾਂ ਦੀ ਜੋ ਬਾਣੀ ਪੜ੍ਹੀਏ ਤਾਂ ਉਹ ਬਾਣੀ ਕਿੰਨੀ ਸ਼੍ਰੋਮਣੀ ਹੈ। ਉਹ ਹਿੰਦੂ ਵੀ ਬੈਠੇ ਨੇ ਉੱਥੇ, ਮੁਸਲਮਾਨ ਵੀ ਬੈਠੇ ਨੇ। ਗੱਲ ਤਾਂ ਇਹ ਕਿ ਜਿਹੜਾ ਗਲਤ ਉਸ ਵੇਲੇ ਚੱਲ ਰਿਹਾ ਮਾਹੌਲ ਸੀ, ਜਿਹੜੀਆਂ ਉਹ ਪਰੰਪਰਾਵਾਂ ਮਨੁੱਖਤਾ ਦੇ ਖਿਲਾਫ ਸਨ ਜਾਂ ਜਿਹੜੀਆਂ ਧਾਰਮਿਕਤਾ ਦੇ ਉੱਪਰ ਕਲੰਕ ਸਨ, ਉਹਨਾਂ ਨੂੰ ਚੁਣੌਤੀ ਦਿੱਤੀ। ਹੁਣ ਜਿਹੜੀ ਇਹ ਗੱਲ ਵਾਰ-ਵਾਰ ਕੀਤੀ ਜਾਂਦੀ ਉਹਦਾ ਹਵਾਲਾ ਜਿਹੜਾ ਇੱਕ ਪਾਤਰ ਹੈ ਫਾਦਰ ਜੈਰੋਮ ਜ਼ੇਵੀਅਰ, ਉਹਦਾ ਇੱਕ ਖੱਤ ਮਿਲਦਾ ਹੈ। ਉਹ ਖੱਤ ਦਾ ਹਵਾਲਾ ਜਿਹੜਾ ਇਤਿਹਾਸਕਾਰਾਂ ਨੇ ਵੀ ਦਿੱਤਾ, ਜਿਨ੍ਹਾਂ ਦੇ ਵਿੱਚੋਂ ਇਸ ਕਿਤਾਬ ਦੇ ਵਿੱਚ ਵੀ ਹੈ। ਮਹਿਮਾ ਪ੍ਰਕਾਸ਼ ਦੇ ਵਿੱਚ ਜਿਹੜੀ ਕਵਿਤਾ ਇਸ ਦੇ ਵਿੱਚ ਵੀ ਸਰੂਪਦਾਸ ਭੱਲਾ ਨੇ ਇਹਦਾ ਹਵਾਲਾ ਦਿੱਤਾ। ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਚੰਦੂ ਦਾ ਜਿਹੜਾ ਪਾਤਰ ਆਉਂਦਾ, ਅਤੇ ਇਸ ਦੇ ਵਿੱਚ ਜਿਹੜਾ ਜੈਰੋਮ ਜ਼ੋਵੀਅਰ ਜਿਹੜਾ ਲਿਖਦਾ ਹੈ ਸਮਕਾਲੀ, ਕਹਿੰਦਾ ਕਿ ਇੱਕ ਅਮੀਰ ਹਿੰਦੂ ਨੇ ਜਦੋਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਜ਼ਮਾਨਤ ਦੇ ਕੇ ਲੈ ਆਂਦਾ, ਆਪਣੇ ਕੋਲ ਲਿਆਂਦਾ, ਦਬਾਓ ਪਾਇਆ ਪੈਸੇ ਲੈਣ ਲਈ, ਉਹਨਾਂ ਦਾ ਸਾਰਾ ਸੰਪਤੀ ਆਦਿ ਲੈਣ ਵਾਸਤੇ। ਅਖੀਰ ਨੂੰ ਜਦੋਂ ਉਹ ਸਾਰਾ ਕੁਛ ਹਾਸਲ ਕਰਕੇ ਵੀ ਉਹਦੀ ਤਸੱਲੀ ਨਾ ਹੋਈ ਤੇ ਫਿਰ ਉਹਨੇ ਉਹਨਾਂ ਨੂੰ ਜਿਹੜਾ ਹੈ
ਸ਼ੁਰੂ ਕੀਤਾ ਤਸ਼ੱਦਦ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ। ਇਹ ਉਹਦਾ ਜਿਹੜਾ ਇੱਕ ਪ੍ਰਸੰਗ ਹੈ ਜਿਹੜਾ ਉਹਨੇ ਚਿਤਰਿਆ, ਜਿਹਨੂੰ ਲੈ ਕੇ ਬਹੁਤ ਸਾਰਿਆਂ ਨੇ ਲਿਖਿਆ। ਦੂਸਰੇ ਪਾਸੇ ਤੁਜ਼ਕ ਜਹਾਂਗੀਰੀ ਦੇ ਵਿੱਚ ਜਿਹੜਾ ਜਹਾਂਗੀਰ ਲਿਖਦਾ ਹੈ, ਉਹ ਜਦੋਂ ਇਹ ਗੱਲ ਕਹਿੰਦਾ ਕਿ ਜਾਂ ਤਾਂ ਉਹ ਜਿਹੜਾ ਗੁਰੂ ਹੈ ਉਹ ਮੋਮਨ ਬਣ ਜੇ, ਆਪਣਾ ਜਿਹੜਾ ਹੈ ਵੱਖਰੇ ਧਰਮ ਦਾ ਸੰਕਲਪ ਜਿਹੜਾ ਸਿਧਾਂਤ ਆ ਉਹ ਛੱਡ ਦੇਵੇ, ਨਹੀਂ ਤਾਂ ਫਿਰ ਉਸ ਦੀ ਜਿਹੜੀ ਯਕੀਨੀ ਹੈ ਉਸ ਦੀ ਮੌਤ ਯਕੀਨੀ ਹੈ, ਉਹ ਤੁਜ਼ਕੇ ਜਹਾਂਗੀਰੀ ਦੇ ਵਿੱਚ ਪੇਸ਼ ਕਰਦਾ ਹੈ। ਹੁਣ ਦੋਨਾਂ ਚੀਜ਼ਾਂ ਨੂੰ ਲੈ ਕੇ ਜਦੋਂ ਅਸੀਂ ਪਹਿਲਾਂ ਜਿਵੇਂ ਗੱਲ ਕੀਤਾ ਨਕਸ਼ਬੰਦ ਜਿਹੜੇ ਕੱਟੜ ਉਸ ਵੇਲੇ ਦੇ ਮੁਸਤਫਾਨੀ ਵਰਗੇ ਤੇ ਹੋਰ ਜਿਨ੍ਹਾਂ ਦੇ ਵੇਰਵੇ ਮਿਲਦੇ ਨੇ, ਜਦੋਂ ਉਹਨਾਂ ਦੇ ਵਿੱਚੋਂ ਜ਼ਿਕਰ ਮਿਲਦਾ ਉਹ ਗੱਲ ਸਾਫ਼ ਝਲਕਦੀ ਹੈ ਕਿ ਜਿਹੜੇ ਤਬਦੀਲ ਹੋ ਕੇ ਸਿੱਖ ਬਣ ਰਹੇ ਨੇ, ਜਿੱਥੇ ਹਿੰਦੂ ਵੀ ਸਿੱਖ ਬਣ ਰਹੇ ਨੇ ਉੱਥੇ ਮੁਸਲਮਾਨ ਵੀ ਸਿੱਖ ਬਣ ਰਹੇ ਨੇ। ਇਸ ਗੱਲ ਦਾ ਖਤਰਾ ਇਹਨਾਂ ਸਾਰਿਆਂ ਨੂੰ ਹੈ, ਤਾਂ ਕਰਕੇ ਉਹ ਇਸ ਗੱਲ ਨੂੰ ਲੈ ਕੇ ਚੁਣੌਤੀ ਮੰਨਦੇ। ਦੇਖੋ ਗੱਲ ਜਿਹੜਾ ਆ ਜਹਾਂਗੀਰ ਨੇ ਜਦੋਂ ਉਸ ਗੱਲ ਨੂੰ ਸਵੀਕਾਰਿਆ ਆਪਣੀ ਡਾਇਰੀ ਵਿੱਚ ਜਾਂ ਆਪਣੇ ਜਰਨਲ ਦੇ ਵਿੱਚ, ਜਿਹੜਾ ਉਹ ਬਾਰ-ਬਾਰ ਇਹ ਕਹਿੰਦਾ ਨਾ ਕਿ ਗੁਰੂ ਸਾਹਿਬ ਦੀ ਚੜ੍ਹਾਈ ਨੂੰ ਉਹ ਸਵੀਕਾਰ ਕਰ ਰਹੇ ਜੀ, ਕਿ ਚੜ੍ਹਾਈ ਇੰਨੀ ਆ ਕਿ ਹਰ ਤਰ੍ਹਾਂ ਦਾ ਵਿਅਕਤੀ ਉਹਨਾਂ ਨਾਲ ਜੁੜਿਆ ਹੋਇਆ, ਜਿਸ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਸ਼ਾਮਲ ਨੇ, ਜਿਵੇਂ ਕਿ ਤੁਸੀਂ ਹੁਣ ਮੈਂਸ਼ਨ ਕੀਤਾ। ਉਹਨਾਂ ਨੂੰ ਪਾਲਾ ਪੈਂਦਾ ਸੀ ਸਰਕਾਰ ਨੂੰ ਕਿ ਇਸ ਵਿਅਕਤੀ ਦੇ ਨਾਲ ਇੰਨੇ ਲੋਕ ਜੁੜ ਰਹੇ ਆ, ਸਾਡੇ ਆਪਣੇ ਭਾਈਚਾਰੇ ਦੇ ਲੋਕ ਵੀ ਜੁੜ ਰਹੇ ਆ। ਸੋ ਇਹ ਇਸ ਗੱਲ ਦੀ ਤਸਦੀਕ ਹੁੰਦੀ ਕਿ ਗੁਰੂ ਗ੍ਰੰਥ ਸਾਹਿਬ ਦੀ ਆਪਣੀ ਫਿਲਾਸਫੀ ਕਿੰਨੀ ਸੈਕੂਲਰ ਸੀਗੀ, ਤਾਂ ਕਰਕੇ ਵੱਖਰੇ ਵੱਖਰੇ ਫਿਰਕੇ ਦੇ ਲੋਕ ਉਹਨਾਂ ਦੇ ਨਾਲ ਜੁੜੇ। ਉਹਨਾਂ ਨੇ ਕੋਈ ਇਸਲਾਮ ਦੇ ਵਿੱਚ ਜਾਂ ਹਿੰਦੂਇਜ਼ਮ ਵਿੱਚ ਕੋਈ ਇਸ ਤਰ੍ਹਾਂ ਦਾ ਭਿੰਨ ਭੇਦ ਨਹੀਂ ਕੀਤਾ। ਮੈਂ ਤਾਂ ਮਿਸਾਲ ਹੋਰ ਦੇਣੀ ਚਾਹੂੰਗਾ, ਗੁਰਦਸ ਜੀ ਸ਼ਾਇਦ ਸਹਿਮਤ ਹੋ ਉਸ ਗੱਲ ਨਾਲ। ਧੰਨੇ ਭਗਤ ਦੀ ਬਾਣੀ ਵੀ ਦਰਜ ਹੋਈ ਹੈ। ਬਿਲਕੁਲ। ਹਾਲਾਂਕਿ ਧੰਨੇ ਜੱਟ ਦਾ ਵਿਸ਼ਵਾਸ ਸੀਗਾ ਮੂਰਤੀ ਦੇ ਵਿੱਚ, ਕਿ ਉਸ ਤੋਂ ਮੂਰਤੀ ਦਾ ਰੱਖਣ ਦਾ ਬਹੁਤ ਸੀਗਾ, ਪਰ ਉਹਨੂੰ ਮੂਰਤੀ ਦੇ ਲਾਗੇ ਨਹੀਂ ਸੀ ਫਟਕਣ ਦਿੱਤਾ ਜਾਂਦਾ ਕਿਉਂਕਿ ਉਹ ਜੱਟ ਸੀ, ਗਰੀਬ ਸੀ। ਫਿਰ ਉਸਨੇ ਆਪਣੇ ਘਰ ਲਿਆ ਕੇ ਇੱਕ ਸਧਾਰਨ ਜਿਹਾ ਪੱਥਰ ਉਸਨੂੰ ਦਿੱਤਾ ਗਿਆ, ਪਰ ਉਸਨੂੰ ਰੱਬ ਉਹ 'ਚੋਂ ਵੀ ਲੱਭਿਆ ਕਿਉਂਕਿ ਉਹਦੀ ਆਸਥਾ ਇੰਨੀ ਗੂੜੀ ਸੀ। ਹੁਣ ਇਸ ਪੂਰੇ ਭਗਤ ਦੀ ਬਾਣੀ ਵੀ ਗ੍ਰੰਥ ਸਾਹਿਬ 'ਚ ਦਰਜ ਹੁੰਦੀ ਹੈ। ਹੁਣ ਇੱਕ ਪਾਸੇ ਗ੍ਰੰਥ ਸਾਹਿਬ ਜਾਂ ਸਿੱਖੀ ਸਾਨੂੰ ਆਗਿਆ ਨਹੀਂ ਦਿੰਦੀ ਇਸ ਗੱਲ ਦੀ ਕਿ ਅਸੀਂ ਮੂਰਤੀ ਪੂਜਾ ਕਰੀਏ, ਪਰ ਇੱਕ ਮੂਰਤੀ ਪੂਜਕ ਦੀ ਬਾਣੀ ਨੂੰ ਵੀ ਉਸ ਵਿੱਚ ਸ਼ਾਮਲ ਕੀਤਾ ਗਿਆ। ਸੋ ਇਹ ਆਪਣੇ ਆਪ 'ਚ ਵੀ ਇੱਕ ਵਿਸ਼ਾਲਤਾ ਦੀ ਮਿਸਾਲ ਹੈ ਜੇ ਇਸ ਤੋਂ ਕੋਈ ਸਮਝਣਾ ਚਾਹਵੇ ਤਾਂ। ਸੋ ਇਹ ਸਾਰੇ ਫਿਰਕਿਆਂ ਨੂੰ ਨਾਲ ਜੁੜਨਾ, ਸਰਕਾਰ ਨੂੰ ਡਰ ਪਿਆ ਸੀਗਾ ਕਿ ਜੇ ਚੜ੍ਹਾਈ ਇਸੇ ਤਰ੍ਹਾਂ ਰਹੀ ਤੇ ਲੋਕ ਸਰਕਾਰ ਤੋਂ ਵੀ ਬਾਗੀ ਹੋ ਜਾਣਗੇ। ਸੋ ਇਹ ਇਕੱਲਾ ਮਤਲਬ ਬ੍ਰਾਹਮਣਿਜ਼ਮ ਦਾ ਮਸਲਾ ਨਹੀਂ, ਨਾਕਸ਼ਬੰਦੀ ਦਾ ਮਸਲਾ ਨਹੀਂ, ਸਟੇਟ ਦਾ ਆਪਣਾ ਕੀ ਉਹਦੇ 'ਚ ਬਿਲਕੁਲ ਉਜਾਗਰ ਹੋ ਰਿਹਾ ਕਿ ਡਰ ਕਿਹੋ ਜਿਹਾ। ਇਸ ਬਾਗੀ ਹੋਣ ਦੀ ਸੂਰਤ ਦੇ ਵਿੱਚ ਤੁਸੀਂ ਦੇਖੋ ਇੱਕ ਗੱਲ ਹੋਰ ਕਮਾਲ ਦੀ ਹੈ, ਜਿਸ ਦੇ ਬਾਰੇ ਸਿੱਖ ਇਤਿਹਾਸ ਦੀ ਪੁਸਤਕ ਦੇ ਵਿੱਚ ਤੇਜਾ ਸਿੰਘ ਅਤੇ ਡਾਕਟਰ ਗੰਡਾ ਸਿੰਘ, ਉਹ ਵੀ ਪ੍ਰਿੰਸੀਪਲ ਤੇਜਾ ਸਿੰਘ ਹੋਰੀ ਵੀ ਲਿਖਦੇ ਨੇ, ਪਰ ਕਈ ਥਾਂ 'ਤੇ ਕਈ ਵਿਦਵਾਨ ਵੀ ਟਪਲਾ ਖਾ ਜਾਂਦੇ ਨੇ ਜਦੋਂ ਕੇਵਲ ਇਸ ਗੱਲ ਨੂੰ ਇੱਥੋਂ ਤੱਕ ਸਮੇਟ ਦਿੰਦੇ ਨੇ ਕਿ ਕੋਈ ਇੱਕ ਜਾਂ ਦੋ ਕਾਰਨ ਜਾਂ ਵਜ੍ਹਾ ਸੀ। ਪਰ ਬਰੀਕੀ ਨਾਲ ਦੇਖਿਆ ਜਾਏ ਤਾਂ ਇੱਕ ਸ਼ਬਦ ਜਿਹੜਾ ਸੀ, ਜਿਸ ਤਰ੍ਹਾਂ ਤੁਜ਼ਕੇ ਜਹਾਂਗੀਰੀ ਦਾ ਜ਼ਿਕਰ ਹੈ, ਬਾ ਸਿਆਸਤ ਬਾ ਯਾਸਾਂ, ਇਹ ਯਾਸਾਂ ਦੇ ਕਾਨੂੰਨ ਦੇ ਮੁਤਾਬਕ, ਜਿਸ ਦੇ ਬਾਰੇ ਸਰਦਾਰ ਕਪੂਰ ਸਿੰਘ ਨੇ ਵੀ ਬਾਅਦ 'ਚ ਕੋਈ ਡਿਟੇਲ ਵਿਸਥਾਰ ਦਿੱਤਾ ਕਿ ਇਹ ਸਜ਼ਾ ਹੋਈ। ਜੋ ਗੁਰੂ ਸਾਹਿਬ ਨੂੰ ਜਦੋਂ ਸ਼ਹੀਦ ਕਰਨ ਦਾ ਫੈਸਲਾ ਵੀ ਹਕੂਮਤ ਨੇ ਕਰ ਲਿਆ, ਹਕੂਮਤ ਉਹਦੇ ਵਿੱਚ ਕਾਰਨ ਸਾਰੇ ਇਕੱਠੇ ਕਰ ਚੁੱਕੀ ਹੈ। ਇਹ ਵੀ ਦੇਖ ਰਹੀ ਹੈ ਕਿ ਸ਼ਰੀਅਤ ਦੇ ਮੁਤਾਬਕ ਜੇ ਉਹ ਉਹਨਾਂ ਨੂੰ ਸ਼ਹੀਦ ਕਰਦੇ ਨੇ ਤਾਂ ਇਹ ਨਤੀਜਨ ਬਗਾਵਤ ਵੀ ਹੋ ਸਕਦੀ ਹੈ ਬਹੁਤ ਵੱਡੀ। ਉਹ ਆਪਣੇ ਉਸ ਅਕੀਦੇ ਨੂੰ ਵੀ ਮਜ਼ਬੂਤ ਕਰਨਾ ਚਾਹੁੰਦੇ ਨੇ ਕਿ ਅਸੀਂ ਇੱਕ ਜਿਹੜੀ ਲਹਿਰ ਦੇ ਆਗੂ ਨੂੰ ਜਿਹੜਾ ਖਤਮ ਕਰ ਦਈਏ, ਪਰ ਨਾਲ ਬਗਾਵਤ ਤੋਂ ਵੀ ਡਰਦੇ ਨੇ। ਫਿਰ ਉਸਨੇ ਆਸਰਾ ਜਿਹੜਾ ਯਾਸਾਂ ਦਾ ਲਿਆ। ਇਹ ਜਿਹੜਾ ਇਹਦੇ ਬਾਰੇ ਲਿਖਿਆ ਗਿਆ ਕਿ ਮੰਗੋਲ ਸ਼ਬਦ ਜਾਸਾ, ਜਿਸ ਦੇ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਵੱਡੇ ਰੂਹਾਨੀ ਪੱਧਰ 'ਤੇ ਜਾਂ ਰਾਜਨੀਤਿਕ ਵਿਰੋਧੀ ਜਿਹੜੇ ਆ ਉਹਨਾਂ ਨੂੰ ਖਤਮ ਕਰਨਾ ਹੋਵੇ ਤਾਂ ਸਜ਼ਾ ਇਸ ਤਰ੍ਹਾਂ ਦਿਓ ਕਿ ਉਹਨਾਂ ਦਾ ਖੂਨ ਧਰਤੀ 'ਤੇ ਨਾ ਡੁੱਲੇ। ਇਹ ਉਹਨਾਂ ਦੇ ਵਿੱਚ ਇੱਕ ਮਿੱਥ ਬਣੀ ਹੋਈ ਹੈ ਕਿ ਜਦੋਂ ਧਰਤੀ 'ਤੇ ਲਹੂ ਵਹਿੰਦਾ ਤਾਂ ਇਹਦਾ ਮਤਲਬ ਫਿਰ ਹੋਰ ਉਨੇ ਹੀ ਜ਼ਿਆਦਾ ਲੋਕ ਉੱਠਦੇ ਨੇ, ਉਸ ਦੇ ਵਿੱਚੋਂ ਪੈਦਾ ਹੁੰਦੇ ਨੇ। ਫਿਰ ਉਹ ਅਜੇ ਵੀ ਮੰਗੋਲ ਦੇ ਵਿੱਚ ਚੰਗੇਜ਼ ਖਾਂ, ਜਿਹੜਾ ਕਿ ਆਪ ਮੁਸਲਮਾਨ ਨਹੀਂ ਸੀ, ਚੰਗੇਜ਼ ਖਾਂ ਤੋਂ ਨਾਂ ਤੋਂ ਲੱਗਦਾ ਸ਼ਾਇਦ ਉਹ ਕੋਈ ਮੁਸਲਿਮ ਸੀ, ਲੇਕਿਨ ਉਹ ਮੰਗੋਲ ਸੀ। ਉਹਨਾਂ ਮੰਗੋਲ ਦੇ ਵਿੱਚ ਇਹ ਜ਼ੁਲਮ ਦਾ ਇੱਕ ਤਰੀਕਾ ਵਰਤਿਆ ਗਿਆ। ਹੁਣ ਜਹਾਂਗੀਰ ਸ਼ਰੀਅਤ ਦੇ ਮੁਤਾਬਕ ਕਾਨੂੰਨ ਚਲਾ ਰਿਹਾ, ਆਪ ਖੁਦ ਇਸਲਾਮ ਦੇ ਵਿੱਚ ਕੱਟੜ ਆ, ਪਰ ਉਹ ਸਜ਼ਾ ਜਦੋਂ ਦੇਣ ਦੀ ਗੱਲ ਕਰ ਰਿਹਾ ਯਾਸਾਂ ਦਾ ਆਸਰਾ ਲੈ ਰਿਹਾ। ਕਿਉਂ? ਉਹ ਸਿੱਧਾ ਵਿਰੋਧ ਇਸ ਤਰ੍ਹਾਂ ਵੀ ਨਹੀਂ ਚਾਹੁੰਦਾ ਕਿ ਇਸਲਾਮ ਦੇ ਕਰਕੇ ਅਸੀਂ ਉਹਨਾਂ ਨੂੰ ਸ਼ਹੀਦ ਕਰ ਰਹੇ ਹਾਂ। ਸੋ ਯਾਸਾਂ ਦੇ ਅਨੁਸਾਰ ਉਹ ਗੁਰੂ ਸਾਹਿਬ ਨੂੰ ਜਿਹੜਾ ਤੱਤੀ ਤਵੀ 'ਤੇ ਬਿਠਾਉਣਾ, ਉਹਨਾਂ ਦੇ ਸਰੀਰ ਦੇ ਉੱਪਰ ਰੇਤਾ ਪਾਉਣਾ ਤੱਤਾ, ਜਾਂ ਬਾਅਦ ਦੇ ਵਿੱਚ ਰਾਵੀ ਦੇ ਵਿੱਚ ਉਹਨਾਂ ਦੀ ਜਿਹੜਾ ਵਹਾ ਹੋਣਾ, ਸ਼ਹਾਦਤ ਹੋਣੀ, ਇਹ ਸਾਰੇ ਦਾ ਸਾਰਾ ਜਿਹੜਾ ਉੱਥੋਂ ਲੈ ਕੇ ਉਸ ਨੂੰ ਲਾਗੂ ਕੀਤਾ ਗਿਆ। ਕਿਉਂਕਿ ਰਾਜਨੀਤਿਕ ਤੌਰ 'ਤੇ ਖੁਸਰੋ ਦੀ ਘਟਨਾ, ਮਜ਼ਹਬੀ ਤੌਰ 'ਤੇ ਕੱਟੜ ਮਲਾਣਿਆਂ ਦਾ ਦਬਾਅ, ਬ੍ਰਾਹਮਣੀ ਤੌਰ 'ਤੇ ਉਸ ਵੇਲੇ ਜਿਹੜੇ ਹਿੰਦੂਤਵਾ ਦਾ ਜਿਹੜਾ ਏਜੰਡਾ ਸੀ ਉਸ ਦੇ ਖਿਲਾਫ, ਇਹ ਸਾਰੀਆਂ ਚੀਜ਼ਾਂ ਨੇ ਮਿਲ ਕੇ ਇਸ ਤਰ੍ਹਾਂ ਦਾ ਮਾਹੌਲ ਉਸਾਰਿਆ। ਇਸ 'ਚ ਕੋਈ ਸ਼ੱਕ ਹੀ ਨਹੀਂ। ਨਾਲੇ ਜਿਹੜਾ ਦਿਮਾਗ 'ਚ ਇਹ ਸੀਗਾ ਕਿ ਲਹੂ ਜੇ ਡੁੱਲੂਗਾ
ਤੇ ਸੋਚ ਫੈਲੂਗੀ, ਜੀ। ਸਾਨੂੰ ਨੁਕਸਾਨ ਹੋਊਗਾ। ਜੀ ਜੇ ਨਹੀਂ ਵੀ ਲਹੂ ਡੁੱਲਿਆ ਜੀ ਤੇ ਜਿਹੜਾ ਵਿਚਾਰ ਛੱਡ ਕੇ ਗੁਰੂ ਅਰਜਨ ਦੇਵ ਜੀ, ਉਹ ਤਾਂ ਜਿਉਂਦਾ ਰਿਹਾ ਤੇ ਅੱਜ ਵੀ ਜਿਉਂਦਾ। ਜੀ 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 ਸੋ ਉਸ ਵਿਚਾਰ ਨੇ ਕਿ ਜਿਹੜੀ ਨਵੀਂ ਕ੍ਰਾਂਤੀ ਪੈਦਾ ਕੀਤੀ, ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਮੀਰੀ ਪੀਰੀ ਦਾ ਸਿਧਾਂਤ ਚਲਾਇਆ, ਜੀ ਸਿੱਖਾਂ ਦੇ ਹੱਥ ਕਿਰਪਾਨ ਦਿੱਤੀ, ਬਿਲਕੁਲ ਜੀ, ਠੀਕ ਹੈ, ਉਹਨਾਂ ਨੂੰ ਘੋੜੇ ਰੱਖਣ ਦੇ ਲਈ ਕਿਹਾ, ਸ਼ਸਤਰਧਾਰੀ ਹੋਣ ਲਈ ਕਿਹਾ, ਇੱਕ ਨਵਾਂ ਇਤਿਹਾਸ ਸਿਰਜਿਆ ਗਿਆ, ਜੀ ਅਕਾਲ ਤਖਤ ਹੋਂਦ ਵਿੱਚ ਆਇਆ। ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਤਿਹਾਸ ਦੇ ਪਾਸੇ ਲੈ ਗਈਆਂ। ਬੇਸ਼ੱਕ ਉਹਨਾਂ ਦਾ ਨਿਸ਼ਾਨਾ ਜਿਹੜਾ ਮਰਜ਼ੀ ਰਿਹਾ ਹੋਵੇ ਕਿ ਉਹਨਾਂ ਨੂੰ ਸ਼ਹੀਦ ਇੱਦਾਂ ਨਾ ਕਰੋ, ਐਂ ਕਰ ਲਓ, ਹਾਂਜੀ ਹਾਂਜੀ, ਪਰ ਫਿਰ ਵੀ ਉਹ ਹੋਣੇ ਨੂੰ ਟਾਲ ਨਹੀਂ ਸਕੇ। ਉਲਟਾ ਉਹਨਾਂ ਦੀ ਸ਼ਹਾਦਤ ਨੇ ਉਹ ਕਰ ਵਿਖਾਇਆ ਜਿਸ ਦਾ ਉਹਨਾਂ ਨੂੰ ਪਹਿਲਾਂ ਹੀ ਡਰ ਪਿਆ ਸੀ। ਇੱਕ ਜੀਓਪੋਲਿਟੀਕਲ ਸਿਸਟਮ ਦੇ ਅਨੁਸਾਰ ਇੱਕ ਜਿਹੜੇ ਸੱਭਿਆਚਾਰਕ ਤੌਰ ਤੇ ਕਿਸ ਤਰ੍ਹਾਂ ਲੋਕਾਂ ਨੂੰ ਵਰਗਲਾਉਣਾ, ਇਹ ਹਕੂਮਤਾਂ ਦਾ ਅੱਜ ਤੋਂ ਨਹੀਂ, ਜਹਾਂਗੀਰ ਜਾਂ ਉਸ ਤੋਂ ਪਹਿਲਾਂ ਵੀ ਰਿਹਾ ਕਿ ਹਕੂਮਤਾਂ ਇਹ ਵੀ ਚਾਹੁੰਦੀਆਂ ਕਿ ਲੋਕਾਂ ਦੇ ਵਿੱਚ ਇਸ ਗੱਲ ਦੀ ਬਗਾਵਤ ਰੋਕਣ ਦੇ ਲਈ ਕੁਝ ਨਾ ਕੁਝ ਧਿਆਨ ਜਿਹੜਾ ਮੋੜ ਦਿੱਤਾ ਜਾਵੇ। ਤੁਸੀਂ ਦੇਖੋ ਉਹੀ ਜਹਾਂਗੀਰ ਤੱਤੀ ਤਵੀ ਮੈਦਾਨ ਬਣ ਗਿਆ, ਉਸ ਮੈਦਾਨ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਨਹੀਂ ਭੱਜੇ, ਸ਼ਹੀਦ ਹੋ ਗਏ। ਆਖਰਕਾਰ ਜਹਾਂਗੀਰ ਮੈਦਾਨ ਛੱਡ ਕੇ ਭੱਜਿਆ, ਭਗੌੜਾ ਹੋਇਆ। ਉਹੀ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ 'ਚ ਆਉਂਦਾ, ਉਹੀ ਜਹਾਂਗੀਰ ਸਮਝੌਤਾ ਕਰਦਾ, ਉਹੀ ਜਹਾਂਗੀਰ ਚੰਦੂ ਨੂੰ ਪੇਸ਼ ਕਰਦਾ, ਉਹੀ ਜਹਾਂਗੀਰ ਜਿਹੜਾ ਦੁਸ਼ਮਣੀ ਪਾਲੀ ਹੋਈ ਸੀ ਤੇ ਆਪਣੇ ਜਸਟੀਫਾਈ ਆਪਣੇ ਆਪ ਨੂੰ ਕਰਦਾ ਕਿ ਮੈਂ ਕੁਝ ਨਹੀਂ ਕੀਤਾ, ਮੈਂ ਇਸ ਦੇ ਲਈ ਰੋਲ ਨਹੀਂ ਨਿਭਾਇਆ, ਤਾਕਤਾਂ ਇਹ ਨੇ। ਤੱਤੀ ਤਵੀ ਦੇ ਮੈਦਾਨ ਦੇ ਵਿੱਚ ਗੁਰੂ ਸਾਹਿਬ ਆਪਣੀ ਸ਼ਹਾਦਤ ਦੇ ਕੇ ਇਸਟੈਬਲਿਸ਼ ਕਰ ਦਿੰਦੇ ਨੇ ਕਿ ਜ਼ੁਲਮ ਨੂੰ ਖਤਮ ਕਰਨ ਲਈ, ਉਸ ਦੇ ਖਿਲਾਫ ਅਕੀਦੇ ਦੇ ਲਈ, ਵਿਸ਼ਵਾਸ ਦੇ ਲਈ, ਵਿਚਾਰ ਦੇ ਲਈ ਮੈਂ ਸ਼ਹੀਦ ਹੋ ਰਿਹਾ। ਬਿਲਕੁਲ। ਪਰ ਜਿਹੜਾ ਉਹਨਾਂ ਦੀ ਸ਼ਹਾਦਤ ਲੈਂਦਾ ਉਹ ਮੁੜ ਕੇ ਉਸ ਸਮੇਂ ਤੋਂ ਬਾਅਦ ਆਪਣੀ ਜਿਹੜੀ ਸਥਿਤੀ ਨੂੰ ਬਦਲਣ ਦੇ ਲਈ, ਆਪਣਾ ਰੂਪ ਜਿਹੜਾ ਤਬਦੀਲ ਕਰਨ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਉਂਦਾ। ਵਿਡੰਬਣਾ ਦੇਖੋ ਕਿਸ ਕਿਸਮ ਦੀ ਹੈ, ਜਦੋਂ ਕਿ ਉਹਨੂੰ ਪਤਾ ਲੱਗ ਜਾਂਦਾ ਕਿ ਮੀਰੀ ਤੇ ਪੀਰੀ, ਭਗਤੀ ਤੇ ਸ਼ਕਤੀ, ਧਰਮ ਤੇ ਰਾਜਨੀਤੀ ਇਹ ਇਕੱਠਿਆਂ ਲੈ ਕੇ ਹੁਣ ਜ਼ੁਲਮ ਨੂੰ ਖਤਮ ਕਰਨਗੇ ਤੇ ਇਹਨਾਂ ਦੀ ਕਿਰਪਾਨ ਤੇ ਨਿਸ਼ਾਨਾ ਮੈਂ ਵੀ ਹਾਂ। ਹੁਣ ਵਕਤ ਦਾ ਹਾਕਮ ਕਿਸ ਪਾਸੇ ਨੂੰ ਚੱਲ ਰਿਹਾ? ਦੇਖੋ ਇਤਿਹਾਸ ਵਿੱਚ ਕਾਫੀ ਕੁਝ ਇਸ ਤਰ੍ਹਾਂ ਦਾ ਪਿਆ ਸਾਨੂੰ ਮਿਲਦਾ ਜੀ। ਇੱਕ ਵਕਤ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ ਜੀ, ਤਾਂ ਉਹਨਾਂ ਨੇ ਜਦੋਂ ਜ਼ਫਰਨਾਮਾ ਲਿਖਿਆ, ਜ਼ਫਰਨਾਮੇ ਦਾ ਅਸਰ ਔਰੰਗਜ਼ੇਬ ਤੇ ਇੰਨਾ ਪਿਆ ਕਿ ਉਸਨੇ ਇੱਛਾ ਪ੍ਰਗਟਾਈ ਕਿ ਮੈਂ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ। ਜੀ। ਚਲੋ ਖੈਰ ਉਹ ਸੰਭਵ ਹੀ ਨਹੀਂ ਹੋ ਸਕਿਆ, ਉਹ ਚੜ੍ਹਾਈ ਕਰ ਗਿਆ। ਪਰ ਬਾਅਦ ਚ ਬਹਾਦਰ ਸਾਹਿਬ ਦੇ ਨਾਲ ਗੁਰੂ ਸਾਹਿਬ ਨੇ ਇੱਕ ਸਮਝੌਤਾ ਵੱਖਰੇ ਕਿਸਮ ਦਾ ਹੋਇਆ, ਜੀ, ਇੱਕ ਨਵਾਂ ਮੋੜ ਆਇਆ ਇਤਿਹਾਸ ਦੇ ਵਿੱਚ। ਜੀ। ਪਰ ਉਹਦੇ ਵਿੱਚ ਵੀ ਬਹਾਦਰ ਸ਼ਾਹ ਦੀ ਕੋਈ ਇੰਨੀ ਦ੍ਰਿੜਤਾ ਨਹੀਂ ਸੀ ਕਿ ਉਹਨਾਂ ਲੋਕਾਂ ਨੂੰ ਸਜ਼ਾਵਾਂ ਦਵਾਵੇ ਜਿਨ੍ਹਾਂ ਨੇ ਇੰਨਾ ਜ਼ੁਲਮੋ ਸਿਤਮ ਕੀਤਾ। ਜੀ। ਸੋ ਉਸ ਦੇ ਕਰਕੇ ਸਮਝੌਤਾ ਟੁੱਟਿਆ ਵੀ। ਬਿਲਕੁਲ। ਸੋ ਇਹ ਇਤਿਹਾਸ ਦੇ ਵਿੱਚ ਲੋੜਾਂ ਰਹੀਆਂ, ਪਰ ਇਸ ਤੋਂ ਇੱਕ ਗੱਲ ਕਲੀਅਰ ਹੋ ਜਾਂਦੀ ਕਿ ਗੁਰੂਆਂ ਦੀ ਆਪਣੀ ਜਿਹੜੀ ਖੁੱਲ੍ਹਦਲੀ ਆ, ਹਾਂਜੀ, ਉਹਦਾ ਵੀ ਪ੍ਰਗਟਾਵਾ ਹੁੰਦਾ। ਬਿਲਕੁਲ। ਬਦਲਾ ਲਊ ਭਾਵਨਾ ਕਦੇ ਵੀ ਨਹੀਂ ਸੀ ਉਹਨਾਂ ਦੀ। ਜੀ। ਜਿਹੜੀ ਨਾ ਕਬਾਇਲੀ ਸੋਚ ਚੱਲਦੀ ਹੈ ਨਾ ਕਿ ਉੱਪਰੋਂ ਲੈ ਕੇ ਥੱਲੇ ਤੱਕ, ਮਤਲਬ ਪਿਓ ਤੋਂ ਲੈ ਕੇ ਪੁੱਤ ਦਾ ਗਾਂ, ਪੋਤਿਆਂ ਦੋਤਿਆਂ ਤੱਕ ਬਦਲਾ, ਉਹ ਵਾਲਾ ਸਿਲਸਿਲਾ ਇਤਿਹਾਸ ਸਿੱਖੀ ਚ ਸਾਨੂੰ ਮਿਲਦਾ। ਕਿਤੇ ਨਾ ਕਿਤੇ ਗੁੰਜਾਇਸ਼ ਰਹੀ ਹੈ ਡਾਇਲੌਗ ਦੀ ਵੀ, ਸੰਵਾਦ ਦੀ ਵੀ, ਸਮਝੌਤਿਆਂ ਦੀ ਵੀ, ਅਗਾਂਹ ਤੁਰਨ ਦੀ ਵੀ, ਜੀ ਜੀ, ਜਿਹਨੂੰ ਕਹਿੰਦੇ ਸਿੱਖੀ ਬਖਸ਼ਿੰਦ ਵੀ ਆ, ਬਖਸ਼ਣਹਾਰ ਵੀ ਆ। ਸੋ ਉਸ ਕਿਸਮ ਦੀ ਗੱਲਾਂ ਸਾਡੇ ਸਾਹਮਣੇ ਆ ਜੀ। ਸੋ ਇਹ ਮਿਸਾਲਾਂ ਨੇ ਸਾਡੇ ਕੋਲ। ਜੇ ਉਹਨਾਂ ਨੇ ਮਨਾਂ ਦੇ ਵਿੱਚ ਕੋਈ ਨਿਜਤਾ ਦੀ ਗੱਲ ਹੁੰਦੀ ਤੇ ਫਿਰ ਤਾਂ ਗੱਲ ਕਦੋਂ ਦੀ, ਮਤਲਬ ਕਿਸੇ ਇਤਿਹਾਸ ਕੁਝ ਹੋਰ ਹੋਣਾ ਸੀ। ਬਿਲਕੁਲ। ਸੋ ਕਿਧਰੇ ਨਾ ਕਿਧਰੇ ਉਹ ਸਿੱਖੀ ਬਖਸ਼ਣਹਾਰ ਵੀ ਰਹੀ ਹੈ। ਇਹ ਉਸ ਗੱਲ ਦੀ ਮਿਸਾਲ ਹੈ। ਸੋ ਜਿਹੜੇ ਲੋਕ ਇਹਨੂੰ ਘਟਾ ਕੇ ਵੇਖਦੇ ਨੇ ਨਾ, ਜਿਵੇਂ ਕਈਆਂ ਨੇ ਇਹੋ ਜਿਹੀ ਸਾਖੀਆਂ ਜੋੜੀਆਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਇਸ ਗੱਲ ਲਈ ਪ੍ਰੇਰਿਆ ਕਿ ਜਾ ਕੇ ਸਾਹਿਬਜ਼ਾਦਿਆਂ ਦਾ ਬਦਲਾ ਲੈ। ਇਹ ਗੱਲਾਂ ਬਹੁਤ ਘਟੀਆ ਕਿਸਮ ਦੀਆਂ ਗੱਲਾਂ ਨੇ ਬੜੀਆਂ, ਕਿਉਂਕਿ ਉਹਨਾਂ ਦੇ ਜੇ ਮਨਸ਼ਾ ਹੁੰਦੀ ਤੇ ਉਹਨਾਂ ਨੇ ਬਦਲੇ ਆਪ ਲੈ ਲੈਣੇ ਸੀ। ਜੀ ਜੀ, ਬਿਲਕੁਲ। ਸੋ ਬਦਲਾ ਲਊ ਭਾਵਨਾ ਕਦੇ ਵੀ ਨਹੀਂ ਸੀਗੀ ਆਪਣੀ। ਸੋ ਇਹ ਗੁਰੂਆਂ ਦੀ ਵੀ ਵਿਸ਼ਾਲਤਾ ਦਰਸਾਉਂਦਾ ਸਾਰਾ ਕੁਝ, ਜੇ ਕੋਈ ਸਮਝੇ ਤਾਂ। ਜੀ, ਜਿਹੜੀ ਗੱਲ ਤੁਸੀਂ ਜ਼ਿਕਰ ਕੀਤੀ ਹੈ, ਦੇਖੋ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ, ਗੁਰੂ ਅਰਜਨ ਸਾਹਿਬ ਦੀ, ਇੱਥੋਂ ਅਗਲਾ ਜਿਹੜਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਗੱਲ ਤੁਸੀਂ ਕੀਤੀ, ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਇੱਕ ਐਸੀ ਪਾਰਲੀਮੈਂਟ ਵੀ ਹੋਣ ਚਾਹੀ ਜਿਸ ਪਾਰਲੀਮੈਂਟ ਦੇ ਵਿੱਚ ਦੱਬੇ ਕੁਚਲੇ ਲੋਕ, ਜਿਹੜੇ ਵਿਤਕਰਿਆਂ ਦਾ ਸ਼ਿਕਾਰ ਸਨ, ਜਿਨ੍ਹਾਂ ਨੂੰ ਮਨੁੱਖ ਵੀ ਨਹੀਂ ਸੀ ਮੰਨਿਆ ਜਾ ਰਿਹਾ, ਉਹਨਾਂ ਨੂੰ ਜ਼ਮੀਨ ਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ, ਹਲ ਵਾਹਕਾਂ ਨੂੰ ਹਲਾਂ ਦੇ ਉਹ ਜ਼ਮੀਨਾਂ ਦੇ ਮਾਲਕ ਬਣਾ ਕੇ ਬਰਾਬਰ ਪਾਰਲੀਮੈਂਟ 'ਚ ਬਿਠਾਇਆ। ਇਹ ਪਾਰਲੀਮੈਂਟ ਅੱਜ ਦੇ ਦਿਨ, ਜਾਣੀ ਕਿ ਇਹ ਵਰ੍ਹੇਗੰਢ ਹੈ, ਇਹ ਸਮਾਂ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅੱਜ ਦੀ ਤਾਰੀਖ ਜਿਹੜੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਬੰਦਾ ਸਿੰਘ ਬਹਾਦਰ ਨੇ ਐਸੀ ਪਾਰਲੀਮੈਂਟ ਸਿਰਜੀ, ਐਸਾ ਰਾਜ ਸਿਰਜਿਆ ਜਿਹੜਾ ਕਿ ਉਸ ਨੂੰ ਥਾਂ ਦਿੰਦਾ ਹੈ। ਪਰ ਉਹ ਦਿਨਾਂ 'ਚ ਹੀ ਨਹੀਂ, ਵਰ੍ਹਿਆਂ 'ਚ ਹੀ ਨਹੀਂ, ਸਦੀਆਂ ਨਹੀਂ, ਬਲਕਿ ਲੰਮਾ ਸਮਾਂ ਉਹਨੂੰ ਲੱਗਿਆ। ਜਿਹੜਾ ਗੁਰੂ ਨਾਨਕ ਸਾਹਿਬ ਨੇ ਸਿਰਜਣਾ ਦਾ ਬੁਨਿਆਦ ਰੱਖੀ, ਗੁਰੂ ਅਰਜਨ ਸਾਹਿਬ ਜੀ ਨੇ ਜਿਨ੍ਹਾਂ ਸਿਧਾਂਤਾਂ ਦੇ ਲਈ ਸ਼ਹਾਦਤ ਦਿੱਤੀ, ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਿਧਾਂਤਾਂ ਦੀ ਤਾਂ
ਜਿਹੜੀ ਕਾਇਮੀ ਰੱਖੀ ਹੀ ਰੱਖੀ, ਨਾਲ ਇਹ ਵੀ ਕਿਹਾ ਕਿ ਕਿਸੇ ਹੋਰ ਦੇ ਸਿਧਾਂਤ ਜਿਸ ਨੂੰ ਉਸ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਜੇ ਉਹਨਾਂ 'ਤੇ ਵੀ ਜ਼ੁਲਮ ਹੋ ਰਿਹਾ, ਮੈਂ ਹੋਰਾਂ ਦੇ ਸਿਧਾਂਤ ਦੇ ਲਈ ਵੀ ਉਹਨਾਂ ਦੀ ਆਜ਼ਾਦੀ ਦੇ ਨੁਕਤੇ 'ਤੇ ਸ਼ਹਾਦਤ ਦੇ ਰਿਹਾ। ਏਡੀ ਵੱਡੀ ਵਿਸ਼ਾਲ ਜਦੋਂ ਸੋਚ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਗਾਂਹ ਜਾ ਕੇ ਉਸ ਨੂੰ ਜਿਸ ਤਰੀਕੇ ਨਾਲ ਇੱਕ ਸੰਤ ਸਿਪਾਹੀ ਦਾ ਰੂਪ ਦੇ ਕੇ ਜਰਜ਼ੋਰੂ ਜ਼ਮੀਨ ਨੂੰ ਛੱਡ ਕੇ ਇੱਕ ਵੱਡਾ ਦੁਨੀਆ ਦੇ ਵਿੱਚ ਜੰਗ, ਐਸਾ ਜੰਗ ਸਿਰਜਿਆ ਜਿਹੜਾ ਕਿ ਮਨੁੱਖੀ ਹਿੱਤਾਂ ਦੇ ਵਾਸਤੇ ਹੈ, ਜਿਹੜਾ ਕਿ ਸਹੀ ਅਰਥਾਂ 'ਚ ਧਰਮ ਦੇ ਯੁੱਧ ਦਾ ਸੰਕਲਪ ਹੈ, ਉਸ ਨੂੰ ਲੈ ਕੇ ਤਾਂ ਜਾ ਕੇ ਬੰਦਾ ਸਿੰਘ ਬਹਾਦਰ ਜਿਹੜਾ ਸਿੱਖ ਰਾਜ ਦੀ ਸਿਰਜਣਾ ਕਰਦਾ। ਇਹਦਾ ਮਤਲਬ ਇਹ ਹੈ ਕਿ ਉਸ ਦੀ ਬੁਨਿਆਦ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਸਾਹਿਬਜ਼ਾਦਿਆਂ ਸਮੇਤ ਹਜ਼ਾਰਾਂ ਹੀ ਉਹਨਾਂ ਲੋਕਾਂ ਦੀ ਜਿਹੜੀ ਮਨੁੱਖਤਾ ਲਈ ਸ਼ਹੀਦੀਆਂ ਪਾ ਕੇ ਜ਼ੁਲਮ ਦੇ ਖਿਲਾਫ, ਉਹ ਸਾਰਾ ਕੁਝ ਹੈ ਜਿਸ ਨੇ ਇਸ ਨੂੰ ਮਜ਼ਬੂਤ ਰੂਪ ਦਿੱਤਾ। ਇਹਦੇ 'ਚ ਕੋਈ ਸ਼ੱਕ ਹੀ ਨਹੀਂ ਗੁਰਦਿੱਤ ਸਿੰਘ ਜੀ ਕਿ ਉਹ ਇਸੀ ਕੰਟੀਨਿਊਟੀ ਦਾ ਹਿੱਸਾ ਹੈ, ਜਿਹੜੀ ਪਹਿਲਾਂ ਵੀ ਡਿਸਕਸ ਕਰਕੇ ਹਟੇ। ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਲਗਾਤਾਰ ਤਾਂ ਚੱਲੀ ਆ ਰਹੀ ਹੈ, ਜ਼ੁਲਮ ਦੇ ਖਿਲਾਫ ਖੜੇ ਹੋਣਾ, ਬਰਾਬਰਤਾ ਦੀ ਗੱਲ ਕਰਨੀ, ਦੱਬੇ ਕੁਸ਼ਤਿਆਂ ਨੂੰ ਨਾਲ ਜੋੜਨਾ, ਚਾਹੇ ਉਹ ਲੰਗਰ ਦੀ ਪ੍ਰਥਾ ਦੇ ਥਰੂ ਸੀਗਾ, ਚਾਹੇ ਗੁਰੂ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਜਿਹੜਾ ਕਹਿਣਾ ਸੀ ਕਿ ਇਨ ਗਰੀਬਨ ਕੋ ਦਿਓ, ਸਿੱਖਣ ਕੋ ਪਾਤਸ਼ਾਹੀ, ਉਹ ਗਰੀਬ ਸਿੱਖਣ ਨੂੰ ਪਾਤਸ਼ਾਹੀ ਦੇਣ ਦੀ ਗੱਲ, ਉਹ ਸਾਰੀ ਉਹਦੀ ਕੰਟੀਨਿਊਸ਼ਨ ਹੈ। ਸੋ ਬੰਦਾ ਸਿੰਘ ਬਹਾਦਰ ਦਾ ਜਿਹੜਾ ਸਿੱਖ ਰਾਜ ਸੀਗਾ, ਇਹ ਉਹਦੀ ਕਲਮੀਨੇਸ਼ਨ ਸੀ ਸਾਰੇ ਇਤਿਹਾਸ ਦੀ, ਉਸ ਦਾ ਅਖੀਰੀ ਰੂਪ ਸੀ ਉਹਦਾ। ਜੀ ਜੀ, ਸੱਚਾਈ ਹੈ ਜੀ। ਇਹ ਵਿਸ਼ਾ ਜਿਹੜਾ ਕਿ ਇੱਕ ਬਹੁਤ ਦਿਲ ਨੂੰ ਪ੍ਰੇਰਨਾ ਦੇਣ ਵਾਲਾ ਵੀ ਤੇ ਉਸ ਦੇ ਨਾਲ ਨਾਲ ਸੋਚਣ ਲਈ ਮਜਬੂਰ ਕਰਨ ਵਾਲਾ ਵੀ ਕਿ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਿੱਡਾ ਵੱਡਾ ਪ੍ਰਸੰਗ ਹੈ ਤੇ ਕਿੰਨੇ ਪ੍ਰਸੰਗ ਨੇ, ਉਹਨਾਂ ਬਿਰਤਾਂਤਾਂ ਨੂੰ ਸਮਝਣਾ ਜ਼ਰੂਰੀ ਹੈ। ਤੁਸੀਂ ਇਸ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਦੇ ਜਿਹੜੇ ਸਫ਼ਰ ਦੀ ਗੱਲਬਾਤ ਸਾਂਝੀ ਕੀਤੀ ਹੈ, ਬਹੁਤ ਸ਼ੁਕਰੀਆ, ਤਹਿ ਦਿਲੋਂ ਮਿਹਰਬਾਨੀ ਗੁਰਦਿੱਤ ਸਿੰਘ ਜੀ, ਧੰਨਵਾਦ। ਸੋ ਜਿੱਥੋਂ ਤੱਕ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੈ, ਖੁਦ ਪੜ੍ਹਨ ਦੀ ਕੋਸ਼ਿਸ਼ ਕਰੀਏ। ਗੁਰੂ ਗ੍ਰੰਥ ਸਾਹਿਬ ਸਾਡੇ ਸਾਹਮਣੇ ਨੇ, ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈ ਕੇ ਅਸੀਂ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ, ਜਿਹੜੀ ਕਿ ਸਾਡੇ ਲਈ ਜੀਵਨ ਦਾ ਦਰਸ਼ਨ ਹੈ, ਮਾਰਗ ਦਰਸ਼ਨ ਹੈ, ਚੇਤਨਾ ਦਾ ਆਧਾਰ ਹੈ, ਉੱਥੋਂ ਮਿਸਾਲਾਂ ਮਿਲਣਗੀਆਂ ਕਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਆਪਣੇ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਜਦੋਂ ਗੁਰੂ ਸਾਹਿਬ ਦੇ ਬਾਰੇ ਉਸ ਵੇਲੇ ਦੇ ਭੱਟ ਵੀ ਲਿਖਦੇ ਨੇ, ਗੁਰੂ ਅਰਜਨ ਪ੍ਰਤੱਖ ਹਰ ਜਪਿਓ ਜਿਨ ਅਰਜਨ ਦੇਵ ਗੁਰੂ ਤਿਨ ਸੰਕ ਜੋਨ ਗਰਭ ਨਹੀਂ ਆਇਓ, ਜਾਂ ਐਸੀਆਂ ਅਨੇਕਾਂ ਮਿਸਾਲਾਂ ਨੇ। ਉਸ ਸਮੇਂ ਜੋ ਜ਼ੁਲਮ ਜਬਰ ਹੋ ਰਹੇ ਸਨ, ਉਹ ਅੱਜ ਵੀ ਹੋ ਰਹੇ ਨੇ ਤੇ ਅੱਜ ਵੀ ਸਾਨੂੰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਸੇਧ ਲੈਣ ਦੀ ਲੋੜ ਹੈ ਕਿ ਵਿਚਾਰਾਂ ਲਈ ਖੜਨਾ ਕਿਵੇਂ ਹੈ, ਵਿਚਾਰਾਂ 'ਤੇ ਪਹਿਰਾ ਕਿਵੇਂ ਦੇਣਾ ਹੈ, ਵਿਚਾਰਾਂ ਦੇ ਸੰਬੰਧ 'ਚ ਵਿਕਲਪ ਨਹੀਂ ਲੱਭਣਾ, ਬਲਕਿ ਉਹਨਾਂ ਨੂੰ ਲੈ ਕੇ ਕਿਵੇਂ ਚੱਲਣਾ। ਸੋ ਹਮੇਸ਼ਾ ਹੀ ਆਪਣੇ ਆਪ ਨੂੰ ਇਸ ਰਾਹ 'ਤੇ ਤੋਰਨ ਦੀ ਗੱਲ ਹੈ। ਜਿਸ ਤਰ੍ਹਾਂ ਡਾਕਟਰ ਹਰਭਜਨ ਸਿੰਘ ਲਿਖਦੇ ਨੇ ਕਿ ਸੀਸ ਅਰਪਣ ਕਰਨ ਦਾ ਵੇਲਾ ਸਦਾ ਹੈ, ਪਹਿਲਾਂ ਧੜ 'ਤੇ ਸੀਸ ਪੈਦਾ ਕਰ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਆਪ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।